ਹੈਲੋ ਸਟੂਡੈਂਟਸ, ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਲਕਮ ਕਰਦਾ ਹਾਂ ਬੇਟਾ ਆਪਣੇ ਚੈਨਲ ਈਜ਼ੀ ਕਲਾਸਿਸ ਦੇ ਉੱਪਰ। ਸੋ ਵਿਦਿਆਰਥੀਓ, ਅਸੀਂ 10th ਕਲਾਸ ਦੇ ਮੈਥ ਵਿਸ਼ੇ ਦਾ ਪ੍ਰੀ ਬੋਰਡ ਦਾ ਕੁਐਸਚਨ ਪੇਪਰ 20 ਦੇ 20 MCQ ਇੱਕ ਵੀਡੀਓ ਵਿੱਚ ਸੋਲਵ ਕੀਤੇ ਸੀਗੇ। ਹਨਾ ਜੀ, ਆ ਦੇਖ ਸਕਦੇ ਹੋ ਤੁਸੀਂ, ਆਹ ਵਾਲਾ ਸੈਂਪਲ ਪੇਪਰ ਕਰਦੇ ਸੀਗੇ, ਆਹ ਵਾਲਾ। ਤੇ ਹੁਣ ਅਸੀਂ ਕਰਾਂਗੇ ਇਹਦਾ ਪਾਰਟ 2, ਜਿਹਦੇ ਵਿੱਚ ਤੁਹਾਨੂੰ ਬਚੇ ਹੋਏ ਜਿੰਨੇ ਨੰਬਰ ਦਾ ਪੇਪਰ ਹੈ 60 ਨੰਬਰ ਦਾ ਪੇਪਰ ਕਰਵਾਇਆ ਜਾਏਗਾ। ਤਾਂ ਬਿਨਾਂ ਕਿਸੇ ਦੇਰੀ ਦੇ ਕਰਦੇ ਹਾਂ ਸ਼ੁਰੂ। ਜੇਕਰ ਤੁਸੀਂ ਪਾਰਟ 1 ਨਹੀਂ ਦੇਖੀ ਤਾਂ ਉਹਦਾ ਤੁਹਾਨੂੰ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਪ੍ਰੋਵਾਈਡ ਕਰਵਾ ਦਾਂਗਾ। ਤੁਸੀਂ ਪਾਰਟ 1 ਦੇ ਵਿੱਚ ਇਹ ਸਾਰੇ 20 ਦੇ 20 MCQ ਕਰ ਲੈਣੇ ਨੇ, ਕਿਉਂਕਿ ਤੁਹਾਡਾ ਪੇਪਰ ਜਿਹੜਾ ਆ ਹੁਣ ਇਹ ਵਾਲੇ ਜਿਹੜੇ ਪੇਪਰ ਆ ਇਹ ਬਹੁਤ ਜ਼ਿਆਦਾ ਉਮੀਦ ਹੈ ਕਿ ਇਹੀ ਪੇਪਰ ਆਣ, ਕਿਉਂਕਿ ਪ੍ਰੀ ਬੋਰਡ ਦੇ ਜਿਹੜੇ ਇਹ ਪੇਪਰ ਹੁਣ ਤੁਸੀਂ ਦੇਣ ਜਾ ਰਹੇ ਹੋ ਇਹ ਪੇਪਰ ਸਕੂਲ ਪੱਧਰ ਤੇ ਹੀ ਤਿਆਰ ਹੋਣ ਵਾਲੇ ਆ। ਤੇ ਇਸ ਕਰਕੇ ਉਮੀਦ ਹੈ ਕਿ ਇਸ ਪੇਪਰ ਵਿੱਚ ਤੁਹਾਡੀ ਕਾਫੀ ਮਦਦ ਹੋਏਗੀ। ਸੋ ਇਸ ਕਰਕੇ ਮੈਂ ਬਾਰ-ਬਾਰ ਇਹੀ ਗੱਲ ਕਹੂੰਗਾ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਪਾਰਟ 1 ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤਾ ਹੈ ਉਸ ਨੂੰ ਵੀ ਜ਼ਰੂਰ ਵਾਚ ਕਰ ਲੈਣਾ ਹੈ। ਹੁਣ ਅਸੀਂ ਅੱਜ ਗੱਲ ਕਰਾਂਗੇ ਬਾਕੀ ਬਚੇ ਹੋਏ ਕੁਐਸਚਨਾਂ ਦੀ, ਜਿਹਦੇ ਵਿੱਚ ਸਾਡੇ ਕੋਲ ਪਹਿਲਾਂ 2-2 ਅੰਕਾਂ ਦੇ ਪ੍ਰਸ਼ਨ ਆ ਜਾਣਗੇ। ਪਹਿਲਾ ਕੁਐਸਚਨ ਕਹਿੰਦਾ, ਜਾਂਚ ਕਰੋ ਕਿ ਕਿਸੇ ਪ੍ਰਾਕ੍ਰਿਤਿਕ ਸੰਖਿਆ n ਦੇ ਲਈ ਸੰਖਿਆ n ਅੰਕ 0 ਦੇ ਸੰਪਾਤ ਹੋ ਸਕਦੀ ਹੈ ਕਿ ਨਹੀਂ। ਪਹਿਲੇ ਥੋੜਾ ਜਿਹਾ ਸਮਝ ਲਓ, ਫਿਰ ਅਸੀਂ ਆਨਸਰ ਵੱਲ ਮੂਵ ਕਰਾਂਗੇ। ਹੁਣ ਤੁਸੀਂ ਬੇਟਾ ਇੱਕ ਚੀਜ਼ ਦਾ ਜਵਾਬ ਦਿਓ ਸੋਚ ਕੇ, 6 ਦੀ ਪਾਵਰ n ਜਿਹੜਾ ਹੈਗਾ ਆ, ਕੀ ਇਹ 0 ਯਾਨੀ ਕਿ 0 ਦੇ ਬਰਾਬਰ ਹੋ ਸਕਦਾ? ਕਦੀ ਨਹੀਂ ਹੋ ਸਕਦਾ ਬੇਟਾ, ਕਿਉਂਕਿ ਦੇਖੋ n ਦਾ ਮਤਲਬ ਹੈ ਇੱਥੇ ਤੁਸੀਂ ਕੋਈ ਵੀ ਨੰਬਰ ਪਾ ਸਕਦੇ ਆ, ਨੈਚੁਰਲ ਨੰਬਰ ਕਹਿ ਲਓ, ਠੀਕ ਹੈ, ਪ੍ਰਾਕ੍ਰਿਤਿਕ ਸੰਖਿਆ ਨੈਚੁਰਲ ਨੰਬਰ। ਜੇ ਮੈਂ ਇੱਥੇ 0 ਭਰਾਂ, 0 ਭਰਨਾ ਨਹੀਂ, ਕਿਉਂ? ਕਿਉਂਕਿ ਪ੍ਰਾਕ੍ਰਿਤਿਕ ਸੰਖਿਆ 1 ਤੋਂ ਸ਼ੁਰੂ ਹੁੰਦੀ ਆ। ਤਾਂ ਜੇ ਮੈਂ 1 ਭਰਾਂ ਤਾਂ ਮੇਰੇ ਕੋਲ 6 ਆ ਜਾਣਾ, ਜੇ ਮੈਂ 2 ਭਰਾਂ 36 ਆ ਜਾਣਾ, 3 ਭਰਾਂ 216। ਕਹਿਣ ਦਾ ਮਤਲਬ ਇਹ ਆ ਕਿ ਮਤਲਬ n ਦੇ ਵਿੱਚ ਅਸੀਂ ਜੋ ਮਰਜ਼ੀ ਭਰੀਏ 0 ਦੇ ਅਨਇਕੁਅਲ ਹੁੰਦਾ ਆ, 0 ਦੇ ਬਰਾਬਰ 0 ਦੇ ਬਰਾਬਰ ਨਹੀਂ ਹੁੰਦਾ। ਹੁਣ ਜਿਹੜੀ ਇਹਦੀ ਵਰਡਿੰਗ ਆ, ਜਿਹੜੀ ਤੁਸੀਂ ਇਸ ਕੁਐਸਚਨ ਲਈ ਲਿਖੋਗੇ ਜਾਂ ਫਿਰ ਕੁਐਸਚਨ ਕਰਨਾ ਕਿੱਦਾਂ ਆ, ਉਹ ਮੈਂ ਤੁਹਾਨੂੰ ਦਿਖਾ ਦਿੰਦਾ। ਸੋ ਫਸਟ ਆਫ ਆਲ ਦੇਖੋ, ਜਿਹੜਾ 6 ਦੀ ਪਾਵਰ n ਆ, ਇਹਨੂੰ ਤੁਸੀਂ ਲਿਖ ਸਕਦੇ ਹੋ 2 ਗੁਣਾ 3 ਦੀ ਪਾਵਰ n, ਕਿਉਂਕਿ 6 ਨੂੰ ਅਸੀਂ ਤੋੜ ਕੇ ਲਿਖ ਲਿਆ 2 ਗੁਣਾ 3। ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ 0 ਦੇ ਇਕੁਅਲ ਨਹੀਂ ਹੋ ਸਕਦਾ। ਹੁਣ ਤੁਸੀਂ ਇੱਥੇ ਲਾਈਨ ਲਿਖੋਗੇ, ਕਹਿੰਦਾ ਕੋਈ ਵੀ ਨੰਬਰ ਜੋ ਅੰਤ ਵਿੱਚ 0 ਤੇ ਖਤਮ ਹੁੰਦਾ ਹੋਏ ਉਸ ਦੇ ਲਈ 2 ਫੈਕਟਰ 2 ਅਤੇ 5 ਹੋਣੇ ਚਾਹੀਦੇ ਹਨ। ਇੱਥੇ 2 ਹੈ ਪਰ 5 ਨਹੀਂ, ਇਸ ਲਈ ਇਹ ਕਦੇ ਵੀ ਜਿਹੜਾ ਆ 0 ਤੇ ਖਤਮ ਨਹੀਂ ਹੋਵੇਗਾ। ਸਮਝ ਗਏ? ਯਾਨੀ ਕਿ 6 ਦੀ ਪਾਵਰ ਜਿਹੜਾ n ਹੈਗਾ ਆ, ਇਹ ਕਦੀ ਵੀ 0 ਤੇ ਖਤਮ ਨਹੀਂ ਹੋਏਗਾ। ਤੁਸੀਂ ਇੰਨੀ ਗੱਲ ਲਿਖ ਦਿਓ, 2 ਨੰਬਰ ਲਈ ਨਾ ਸਫੀਸ਼ੀਐਂਟ ਹੈ, ਠੀਕ ਹੈ। ਨੈਕਸਟ ਕੁਐਸਚਨ ਹੈਗਾ, 2 ਘਾਤੀ ਬਹੁਪਦ ਪਤਾ ਕਰੋ ਜਿਸ ਦੀ ਸਿਫਰਾਂ -2 ਤੇ 4 ਹਨ। ਬੇਟਾ ਆਮ ਤੌਰ ਤੇ ਤੁਹਾਨੂੰ ਕੁਐਸਚਨ ਪਤਾ ਕੀ ਆਂਦਾ ਹੁੰਦਾ ਸੀਗਾ? ਉਹ ਆਂਦਾ ਸੀਗਾ ਕਿ ਜੋੜ ਤੇ ਗੁਣਨਫਲ ਤੁਹਾਨੂੰ 2 ਸਿਫਰਾਂ ਦਾ ਦਿੱਤਾ ਹੁੰਦਾ ਸੀ ਤੇ ਤੁਸੀਂ ਇਕੁਏਸ਼ਨ ਬਣਾਉਣੀ ਸੀ, ਸਮੀਕਰਨ ਬਣਾਉਣੀ ਸੀ। ਹੁਣ ਤੁਹਾਨੂੰ ਸਿਫਰਾਂ ਦਿੱਤੀਆਂ ਆ, ਤੁਸੀਂ ਇਹਦੇ ਤੋਂ ਕੀ ਬਣਾਉਣੇ ਆ? 2 ਘਾਤੀ ਬਹੁਪਦ ਪਤਾ ਕਰਨੀ ਆ। ਸੋ ਇਹਦੇ ਲਈ ਜਿਹੜਾ ਮੈਂ ਤੁਹਾਨੂੰ ਸੋਲਵ ਕਰਵਾਉਂਗਾ ਉਹ ਅਸੀਂ ਕਰਦੇ ਹਾਂ, ਇੱਥੇ ਸਾਡੇ ਕੋਲ ਬਹੁਤ ਸਪੇਸ ਹੈ, ਅਸੀਂ ਇੱਥੇ ਕਰ ਲਾਂਗੇ। ਸੋ ਦੇਖੋ ਇਹਨੂੰ ਕਰਨਾ ਕਿੱਦਾਂ ਆ। ਅਲਫਾ ਅਸੀਂ ਮੰਨ ਲੈਣਾ ਆ, ਜਿਹੜਾ ਪਹਿਲਾ ਆ -2 0 ਤੇ ਦੂਜੇ ਨੂੰ ਮੰਨ ਲਓ ਬੀਟਾ, ਜਿਹਨੂੰ ਅਸੀਂ ਮੰਨ ਲਿਆ 4। ਡਨ। ਹੁਣ ਦੇਖੋ ਬੇਟਾ ਅਸੀਂ ਕੀ ਕਰਾਂਗੇ, ਆਪਣੇ ਕੋਲ ਇਹਨੂੰ ਸੋਲਵ ਕਰਨ ਲਈ ਇਕੁਏਸ਼ਨ ਆ ਜਾਂ ਫਿਰ ਕੰਡੀਸ਼ਨ ਆ, ਇਕੁਏਸ਼ਨ ਆ ਉਹ ਹੈਗੀ ਆ x - ਅਲਫਾ ਗੁਣਾ ਬੀਟਾ x - ਬੀਟਾ, ਸੌਰੀ, ਠੀਕ, ਇਜ਼ ਇਕੁਅਲ ਟੂ 0। ਇਕੁਅਲ ਟੂ 0 ਜ਼ਰੂਰ ਲਿਖਿਓ, ਇਸ ਚੀਜ਼ ਦਾ ਖਾਸ ਖਿਆਲ ਰੱਖਿਓ। ਜੇ ਤੁਸੀਂ ਇੱਦਾਂ ਲਿਖਦਾ ਨਾ ਕਿ x - ਅਲਫਾ ਗੁਣਾ x - ਬੀਟਾ ਬਰਾਬਰ 0 ਨਾ ਲਿਖਿਆ ਤਾਂ ਗੱਲ ਗਲਤ ਹੋ ਜਾਣੀ, ਠੀਕ ਹੈ ਜੀ। ਸੋ ਬਰਾਬਰ 0 ਇਹ ਲਿਖਣਾ ਤੁਹਾਡੇ ਲਈ ਇੰਪੋਰਟੈਂਟ ਹੈ। ਡਨ। ਹੁਣ ਦੇਖੋ x ਤਾਂ ਐਜ਼ ਇਟ ਇਜ਼ ਰਹਿਣ ਦਿਓ, ਮਾਈਨਸ ਅਲਫਾ ਦੀ ਜਗ੍ਹਾ ਭਰ ਦਿਓ ਤੁਹਾਡਾ -2 ਜਿਹੜਾ ਤੁਸੀਂ ਹੁਣੀ ਲਿਖਿਆ ਆ, ਫਿਰ ਇਹਦੀ ਪੂਰੀ ਬ੍ਰੈਕਟ ਪਾ ਦਿਓ, ਫਿਰ x - ਬੀਟਾ, ਬੀਟਾ ਕਿੰਨਾ ਬੇਟੇ ਤੁਹਾਡੇ ਕੋਲ 4, ਸੋ ਤੁਸੀਂ ਮਾਈਨਸ ਦਾ 4 ਭਰ ਦੇ ਤਾਂ ਇਜ਼ ਇਕੁਅਲ ਟੂ 0। ਹੁਣ ਦੇਖੋ ਬੇਟਾ ਅਸੀਂ ਕੀ ਕਰਾਂਗੇ, ਇੱਕ ਮਿੰਟ। ਸੋ ਆ ਦੇਖੋ ਬੇਟਾ, ਅਸੀਂ ਇਹਨੂੰ ਪਹਿਲੇ ਤਾਂ ਸਮੋਲ ਕਰ ਲੈਂਦੇ ਹਾਂ ਸਾਈਜ਼ ਨੂੰ, ਠੀਕ, ਸਮੋਲ ਕਰ ਲਓ। ਸੋ ਅਸੀਂ ਤਾਂ ਸਾਈਜ਼ ਸਮੋਲ ਕਰ ਲਿਆ। ਹੁਣ ਦੇਖੋ ਕੀ ਕੀਤਾ, ਮਾਈਨਸ ਤੇ ਮਾਈਨਸ ਆ ਵਾਲਾ ਪਲੱਸ ਹੋ ਗਿਆ, ਸੋ ਆਪਾਂ ਲਿਖ ਸਕਦੇ ਹਾਂ x + 2, ਠੀਕ। ਹਲੇ ਇਹ ਬ੍ਰੈਕਟ ਦੇ ਵਿੱਚ ਹੀ ਆ, ਇਧਰ ਹੈਗਾ x - 4 ਇਜ਼ ਇਕੁਅਲ ਟੂ 0। ਹੁਣ ਕੀ ਕਰੋ, x ਦੀ ਇੰਨਾ ਗੁਣਾ ਕਰਾ ਦਿਓ,
फिर दोनों नाल रकमाना फिर 2 दी दोनों नाल गुणा करा दिओ, फिर तुहाडे कोल बनेगा की, फिर तुहाडे कोल पहले बनेगा एक्स स्केयर माइनस 4x फिर प्लस दा 2x माइनस दा 8 इज इक्वल टू 0। हुण तुसीं इहनूं फरदर सॉल्व करोगे, एक मिनट मैं इहनूं दोबारा साइज़ दा छोटा कर लवां ताकि आपां नूं लिखण 'च होर आसानी होए ते आपां इन्ने स्पेस दे विच सारा कुछ कवर अप कर लईए। एक मिनट जी मैं इहनूं दोबारा करदा, सिर्फ इन्ना हिस्सा आपां इहनूं कर लईए स्मॉल। चलो मैं कर लेना स्मॉल, कोई नहीं वो जो माड़ा मोटा अगे पिछे होया उन्होंने देख लाँगे। तो हुण की किया जी असीं, आ देखो मैं इत्थे लाइन भी लगा लेना है सॉल्व करने वास्ते। हुण एक्स स्केयर तो एज इट इज़ आ जाना, देखो फिर माइनस का 4x ते प्लस का 2x की बन जाने बेटे तुहाडे कोल, 4 विच 2 गए 2 ते 4 दे अगे निशान कादा माइनस का, क्योंकि वड्डी रकम दे अगे जिहड़ा निशान है वो निशान पा दईदा, सो -2 ते माइनस का 8 तुहाडे कोल एज इट इज़ आ जाना इज इक्वल टू 0। सो तुहाडे कोल जिहड़ी दो घाती समीकरण बनेगी वो बनेगी एक्स स्केयर माइनस 2x माइनस का 8 इज इक्वल टू 0। सो दिस इज़ द दो घाती समीकरण, ठीक है। जो तुसीं दो घात का बहुपद पता करना सी, वो बहुपद या फिर पॉलीनोमीअल की आ, वो हैगा एक्स स्केयर माइनस 2x माइनस 8, ठीक। सो हुण असीं इहनूं कर लईए फटाफट इरेज ताकि असीं इत्थे अगला क्वेश्चन भी कर सकीए, ठीक है जी। सो मैं तुहानूं बड़े ही आसानी तरीके नाल सारे क्वेश्चन समझाने इस तरीके नाल, सो चैनल नूं सबसक्राइब जरूर कर लेना जी, यही तुहाडे तो एक रिक्वेस्ट है साडी, ओके जी। तो अगला क्वेश्चन वाल मूव करांगे बेटा। थर्ड क्वेश्चन अपने कोल कहंदा AP जिहड़ी दित्ती है यह 205 विच किन्ने पद होणगे। सो पद पता करने वास्ते असीं की करना बेटा, फस्ट ऑफ ऑल इत्थे लिख लांगे अपने कोल AP लिखण दी सानूं लोड़ नहीं, पर मैं तुहानूं दसदा पिया जिद्दां तुसीं क्वेश्चन अटैम्प्ट करना। आंसर शीट दे उत्ते तुसीं लिखोगे AP दित्ती है, चलो आपां सारे ही लिख दईए ताकि तुहाडे लई आसानी होए। तुसीं लिखोगे AP दित्ती है, ठीक। फिर तुसीं लिखोगे AP 7, 13, 19, 205। हुण तुसीं लिखना की किया, देखो बेटा पहला पद की आ 7 ते 13 विचों 7 नूं घटा के असीं अंतर पता कर लेना, ते आखिरी टर्म किहड़ी आ 205 यानी कि 205। सो मैं लिख देना इत्थे फटाफट कि A की आ पहला पद हैगा आ 7, D यानी कि अपने कोल समान अंतर की आ 6, क्योंकि 13 विचों 7 गए 6 आंदा आ, ते ए एन अपने कोल आखिरी पद किहड़ा है जी 205। हुण असीं पता कर लेना, सानूं की नहीं पता, एन नहीं पता, सो ओह पता करना है, ठीक। सो ओनू देखो बेटा आपां किदां पता करना, फॉर्मूला लिखांगे AN इज इक्वल टू A प्लस N माइनस 1 दी गुणा D, यही चीज़ होंदी आ, ओके। AN दे बारे मैनूं पता, AN दी वैल्यू हैगी 205 इज इक्वल टू A दी वैल्यू मैनूं पता कितनी आ 7, N माइनस 1 N ही पता करना, D दी वैल्यू मैनूं पता कितनी आ 6। सो मैं इनूं हेठां सॉल्व कर दिंदा आ। ਹੁਣ देखो 205 है तो 7 ਜਿਹੜਾ ਇਹਨੂੰ ਇਧਰਲੇ ਪਾਸੇ शिफ्ट करांगे तो 205 ਵਿੱਚੋਂ 7 माइनस कर देंगे, 205 माइनस 7 इज इक्वल टू देखो n माइनस 1 एज इट इज गुणा ਦਾ 6 एज इट इज। ਹੁਣ ਜਦੋਂ 205 ਦੇ ਵਿੱਚ 7 ਨੂੰ ਮਾਈਨਸ ਕਰਾਂਗੇ ਬੇਟਾ ਕੀ ਆ ਜਾਣਾ ਆਪਣੇ ਕੋਲ, ਜਦੋਂ 207 ਵਿੱਚੋਂ 205 ਵਿੱਚੋਂ 7 ਗਏ 198 ਤੁਹਾਡੇ ਕੋਲ ਆ ਜਾਣਾ इज इक्वल टू n माइनस 1 ਤੇ 6। ਹੁਣ ਕੀ ਕਰੋ n ਮਾਈਨਸ 1 ਨੂੰ ਐਜ਼ ਇਟ ਇਜ਼ ਰਹਿਣ ਦਿਓ, 198 ਦੇ ਬਟੇ 'ਚ ਆ ਜਾਣਾ 6, ਕਿਉਂਕਿ ਇੱਥੇ 6 ਗੁਣਾ ਹੁੰਦਾ ਪਿਆ, ਦੂਸਰੇ ਪਾਸੇ ਕੀ ਹੋਣਾ ਜੀ ਡਿਵਾਈਡ। ਸੋ 6 ਨੂੰ ਇੱਥੇ ਤੇ ਕੱਟੂਗੇ ਤਾਂ ਆ ਜਾਣਾ ਤੁਹਾਡੇ ਕੋਲ 18 ਆਉਂਦਾ ਆ 3 ਤੇ 1 ਤੇ 18 ਆਉਂਦਾ 3 ਤੇ, ਸੋ 33 ਆ ਗਿਆ। n ਮਾਈਨਸ 1 ਇਜ਼ ਇਕੁਅਲ ਟੂ 33, n ਦੀ ਵੈਲਿਊ ਆ ਜਾਣੀ ਹੈ 33 ਜਮਾ 1 ਇਜ਼ ਇਕੁਅਲ ਟੂ 34। ਸੋ ਸਾਨੂੰ ਇਹੀ ਪਤਾ ਕਰਨਾ ਸੀ ਕਿ n ਕਿੰਨਵਾਂ ਪਦ ਹੈ, n ਦਾ पद किन्नवा आ, सो 34 पद है अपने कोल जिहड़ी आ AP है ना, ਇਹਦੇ ਵਿੱਚ किन्ने अपने कोल नंबर आ आने आ 34। सो मैं तुहानूं सॉल्व करके दिखाता सारा क्वेश्चन। सो अगे बढ़ते हैं इरेज करके, सो देख लेंगे हैं जी हुण अगला क्वेश्चन की है। 2-2 नंबर वाले क्वेश्चन अपने हल्ले चलते पे आ, तो आपां हुण करते हैं जी अगला क्वेश्चन। सो देखो जी अगला क्वेश्चन की कहंदा, ट्राइंगल दिता बेटा अपने को आ वाला, ठीक। हुण आपां क्वेश्चन पढ़ते हैं, क्वेश्चन के अकॉर्डिंग ही पता लगना की है कि नहीं, पर मैं डायग्राम का कहता डायग्राम देख लिया। हुण देखो ABC ट्राइंगल जिहड़ा है इहदे सिखर लंब AD ते CE आ, आपस विच बिंदु P उत्ते कटदे आ, दिखाओ कि AEP ते CDP जिहड़े आ एक दूजे दे कांगूरेंट आ। सो देखो बेटा ये किद्दां करना, तुसीं आपां नूं की दित्ता आ कि ट्राइंगल ABC आ। हुण जिहड़ी चीज़ मैं दसनी आ ओहदे ध्यान नाल सुणो, इस क्वेश्चन लई 2 नंबर का क्वेश्चन आ, ख्याल ना करना फिर भी, ठीक है। ABC
तो ट्राइएंगल ABC दे कहंदा शिखर लंब यानी कि आ वाला जिहड़ा लाइन आ AD जिहड़ा है ना हुण अपने कोल AD यानी कि आ वाली रेखा ते CE यानी कि आ वाली रेखा ये आपस में बिंदु P ते मिलते पे आ बिंदु P उत्ते कटदे आ P कित्थे आ बई P अपने कोल सेंटर वाला बिंदु आ ठीक है बिंदु P हुण वो कहंदा कि देखो जिहड़ी AEP ट्राइएंगल आ AEP आ वाली ट्राइएंगल जिहड़ी आ CDP ਦੇ ਇਕੁਅਲ ਆ CDP ਦੇ ਇਕੁਅਲ ਆ ਹੁਣ ਅਸੀਂ ਇਹਨੂੰ ਪ੍ਰੂਵ ਕਰਨਾ ਕਿੱਦਾਂ ਦੇਖੋ ਮੈਂ ਤੁਹਾਨੂੰ ਸਕਰੀਨ ਤੇ ਹੀ ਸਾਰੇ ਕੁਐਸਚਨ ਬੜੇ ਪਿਆਰ ਨਾਲ ਕਰਾ ਦੇਣੇ ਆ ਤੁਸੀਂ ਬਸ ਦੇਖਦੇ ਹੋਏ ਚੱਲਣਾ ਕਿ ਆਪਾਂ ਕਿੱਦਾਂ ਕਰ ਲੈਂਦੇ ਆ ਠੀਕ ਸੋ ਦੇਖੋ ਇਹਦੇ ਲਈ ਤੁਸੀਂ ਕੀ ਕਰਨਾ ਇੱਕ ਤਾਂ ਤੁਸੀਂ ਲਿਖ ਦੇਣਾ ਆਪਣੇ ਕੋਲ 1 ਮਿੰਟ ਐਂਗਲ E ਤੇ ਇੱਥੇ ਐਂਗਲ D ਦੋਨੋਂ ਕੀ ਹੈ 90 ਡਿਗਰੀ ਦੇ ਸੋ ਪਹਿਲੇ ਤਾਂ ਆਪਣੇ ਕੋਲ ਆ ਜਾਣਾ ਐਂਗਲ E = ਐਂਗਲ D क्यों क्योंकि ईच 90 डिग्री दोनों 90 डिग्री दे हैं ठीक है तुम इतने लिख दो दोवें 90 डिग्री दे हैं फस्ट तो यही गल हो गई ठीक हुण देखो बेटा अपने कोल की आ जे अपने कोल बेटा देखो असीं थोड़ी जी गलती देख ली सी असीं लिखिया एंगल ਜਿਹੜਾ ਆਪਣੇ ਕੋਲ E ਆ A ਬਰਾਬਰ ਆ D ਡਿਗਰੀ ਤੇ 90 ਡਿਗਰੀ ਤੁਸੀਂ ਇਦਾਂ ਲਿਖ ਸਕਦੇ ਹੋ ਪਰ ਤੁਸੀਂ ਇਦਾਂ ਪੂਰਾ ਲਿਖਣਾ ਐਂਗਲ AEP ਬਰਾਬਰ ਆ CDP ਹੱਲੇ ਵੀ ਉਹੀ ਚੀਜ਼ ਬਰਾਬਰ ਆ ਜੋ ਅਸੀਂ ਉੱਪਰ ਲਿਖਿਆ ਪਰ ਅਸੀਂ ਪ੍ਰੋਪਰ ਲਿਖਿਆ ਠੀਕ ਆ ਕਿਉਂ ਰੀਜ਼ਨ ਤੁਹਾਨੂੰ ਦੱਸਦਾ 90 ਡਿਗਰੀ ਇਹ ਵੀ ਕੋਣ 90 ਦਾ ਇਹ ਵੀ ਕੋਣ 90 ਦਾ ਠੀਕ ਹੁਣ ਦੇਖੋ ਜਿਹੜਾ ਆਪਣੇ ਕੋਲ APE ਆ APE ਇਹ ਬਰਾਬਰ ਆ CPD ਦੇ ਕਿਉਂ ਕਿਉਂਕਿ P ਇਹਨਾਂ ਦਾ ਕਾਮਨ ਪੁਆਇੰਟ ਆ ਤੇ P ਦੇ ਉੱਤੇ ਬਣੇ ਦੋਨੋਂ ਪਾਸਿਆਂ ਦੇ ਕੋਣ ਆਪਸ ਵਿੱਚ ਕੀ ਆ ਆਮੋ ਸਾਹਮਣੇ ਦੇ ਕੋਣ ਕੀ ਆ ਬਰਾਬਰ ਆ ਹੁਣ ਦੇਖੋ ਬੇਟਾ ਜੇ ਇਹਨੂੰ ਆਪਾਂ ਥੋੜਾ ਜਿਹਾ ਰਫਲੀ ਡਰਾ ਕਰ ਲਈਏ ਇਦਾਂ ਠੀਕ ਸਿਰਫ ਸਮਝਾਉਣ ਵਾਸਤੇ ਤਾਂ ਦੇਖੋ 1 ਮਿੰਟ ਮੈਂ ਇੱਥੇ ਦੁਬਾਰਾ ਉਹ ਕਰ ਦਵਾਂ ਜਿੱਦਾਂ ਸੀਗਾ ਇਦਾਂ ਸੀਗਾ ਨਾ ਇੱਥੇ ਆਪਣੇ ਕੋਲ P ਆ ਨਾ ਤਾਂ ਆਪਣੇ ਕੋਲ ਜੇ ਇੱਥੇ P ਆ ਹੈ ਨਾ ਇੱਥੇ D ਹੈ ਇੱਥੇ C ਹੈ ਸਿਰਫ ਇਹਦਾ ਸਾਈਜ਼ ਵਧਾਇਆ ਆਪਣੇ ਵੱਲੋਂ ਲਿਖ ਕੇ ਤਾਂ ਕਿ ਤੁਹਾਨੂੰ ਸਮਝਾ ਦੇਵਾਂ ਆਪਣੇ ਕੋਲ ਇੱਕ ਕੰਡੀਸ਼ਨ ਆ ਫਿਲ ਹੋ ਗਈ ਕਿ ਆ ਵੀ 90 ਦਾ ਆ ਇਹ ਵੀ 90 ਦਾ ਆ ਇਹਦੇ ਉੱਤੇ ਬਣੇ ਕੋਣ ਇਹ ਵੀ 90 ਦਾ ਤਾਂ ਓਬਵੀਅਸਲੀ ਗੱਲ ਆ ਕਿ ਆਪਣੇ ਕੋਲ ਤੀਜਾ ਵੀ ਜਿਹੜਾ ਕੋਣ ਆ ਬਰਾਬਰ ਹੋਊਗਾ ਠੀਕ ਆ ਸੋ ਤੀਜਾ ਕੋਣ ਵੀ ਬਰਾਬਰ ਹੋਊਗਾ ਇਹ ਵੀ ਅਸੀਂ ਅਜ਼ੰਪਸ਼ਨ ਮੰਨ ਕੇ ਚੱਲਦੇ ਆ ਠੀਕ ਜਾਂ ਫਿਰ ਤੁਸੀਂ ਇਹ ਕਹਿ ਲਓ ਕਿ DAE ਜਿਹੜਾ ਹੈ ਆਪਣੇ ਕੋਲ DAE ਯਾਨੀ ਕਿ ਆਹ ਵਾਲਾ ਜਿਹੜਾ ਕੋਣ ਹੈ ਨਾ ਇਹ ਆਪਣੇ ਕੋਲ CAB ਇਹਨਾਂ ਦਾ ਸਾਂਝਾ ਕੋਣ ਹੈ CAB ਦਾ ਆਹ ਵਾਲਾ ਕੋਣ ਇਹ ਯਾਨੀ ਕਿ ਜਿਹੜਾ ਹੈ ਨਾ ਇਹ ਹੀ ਥਰਡ ਐਂਗਲ ਹੈ ਜਿਹਦੀ ਮੈਂ ਗੱਲ ਕਰਦਾ ਪਿਆ ਸੀ ਤਾਂ ਇਹ ਵੀ ਆਪਣੇ ਕੋਲ ਬਰਾਬਰ ਹੋਣਾ ਵਾ ਸੋ ਤੁਸੀਂ ਲਿਖ ਦੇਣਾ ਆ ਕਿ ਇਹ ਕੋਣ ਵੀ ਜਿਹੜਾ ਬਰਾਬਰ ਆ ਕਿਉਂਕਿ ਇਹ ਦੋਨਾਂ ਦਾ ਸਾਂਝਾ ਕੋਣ ਆ ਜਿਹੜਾ ਕਿ ਬਰਾਬਰ ਆ ਹੁਣ ਤੁਸੀਂ ਪੁੱਛੋਗੇ ਸਾਂਝਾ ਕਿੱਦਾਂ ਤਾਂ ਦੇਖੋ ਇਹਦੇ ਕਰਕੇ ਹੀ ਆਪਣੇ ਕੋਲ CAB ਬਣਿਆ ABC ਬਣਿਆ ਯਾਨੀ ਕਿ ਤੇ ਇਹਦੇ ਕਰਕੇ ਹੀ ਆਪਣੇ ਕੋਲ DAE ਬਣਿਆ ਸੋ ਦੋਨਾਂ ਦਾ ਸਾਂਝਾ ਕੋਣ ਹੋਣ ਕਰਕੇ ਅਸੀਂ ਇੱਥੇ ਲਿਖ ਦੇਣੀ ਇੱਕੋ ਹੀ ਗੱਲ ਕਿ ਐਂਗਲ A = ਐਂਗਲ A ਕਾਰਨ ਕਿਉਂ ਸਾਂਝਾ ਕੋਣ ਸੋ ਇਹਨੂੰ ਕਰਕੇ ਤੁਸੀਂ ਲਿਖ ਦੇਣਾ ਕਿ ਆਪਣੇ ਕੋਲ ट्राइएंगल सीगा AEP ये समरूप है कि दे ट्राइएंगल CDP दे डन सो सौखा जिहा क्वेश्चन सी बस थोड़ा जिहा तुहानूं समझाउणा मैं जरूरी समझिया ताकि तुहानूं पता लग जे इस करके थोड़ा जिहा असीं इहदे विच वक्त लगाया हुण अगला क्वेश्चन देखदे हां अगला क्वेश्चन चक्कर दा है कि तुसीं इहदा ओह पता करना है इहनूं तां बेटा बहुत सौखा है क्वेश्चन मैं तुहानूं फटाफट करा देना पहले एक बार क्वेश्चन पढ़ लईए ताकि सानू पता लग जाए करना की आ इस क्वेश्चन दे विच कहंदा कि एक चक्कर नूं बाहरले पासिਆਂ ਨੂੰ ਛੂੰਦੀ ਚਤੁਰਭੁਜ खिंचिया गया है सिद्ध करो कि आ सारी रेखावां AD + BC ਦਾ ਜਿਹੜਾ ਜੋੜ ਆ ਉਹ AB + CD ਦੇ ਜੋੜ ਦੇ ਬਰਾਬਰ ਹੋਏ ਠੀਕ ਯਾਨੀ ਕਿ ਸਾਈਡਸ ਇਕੁਅਲ ਹੋਣ ਸੋ ਇੱਥੇ ਅਸੀਂ ਥੋੜਾ ਜਿਹਾ ਜੇ ਦਿਮਾਗ ਲਾਈਏ ਇਹ ਕੀ ਹੈ ਕਿ ਚਤੁਰਭੁਜ ਬਣਾਉਂਦਾ ਪਿਆ ਆ ਠੀਕ ਤਾਂ ਜਿਹੜਾ ਚਤੁਰਭੁਜ ਬਣਾਉਂਦਾ ਪਿਆ ਤੇ ਇਹਨਾਂ ਸਾਰਿਆਂ ਨੂੰ ਇੱਕੋ ਹੀ ਸਰਕਲ ਛੂੰਦਾ ਪਿਆ ਆ ਤੇ ਜਿਹੜਾ ਸਰਕਲ ਆ ਉਹ ਤਾਂ ਸੇਮ ਆ ਨਾ ਸਰਕਲ ਤਾਂ ਵੱਡਾ ਛੋਟਾ ਨਹੀਂ ਹੈਗਾ ਸਰਕਲ ਪ੍ਰੋਪਰ ਇੱਕ ਸਰਕਲ ਆ ਹਨਾ ਤੇ ਇਹਨਾਂ ਨੂੰ ਛੂਣ ਵਾਲੀ ਰੇਖਾਵਾਂ ਆ ਇਦਾਂ ਹਨਾ ਇਹ ਛੂਣ ਵਾਲੀ ਰੇਖਾਵਾਂ ਆ
सिर्फ टेढ़ियां वजियां होईयां आ, इस करके तुहानूं लगदा पिया है या फिर फोटो दे विच इदां तुहानूं लगदा पिया कि बराबर नहीं हैगियां, पर जदों तुसीं इन्हां नूं जोड़ोगे तद तुहाडे कोल सेम ही आंसर आएगा। चलो आपां इहनूं सॉल्व किदां करना, ये देखो सॉल्व इहदे विच कुछ करना नहीं हैगा, तुसीं बस लिखना कि चतुर्भुज विच एक ਚੱਕਰ ਅੰਦਰੋਂ ਸਾਰੀਆਂ ਭੁਜਾਵਾਂ ਨੂੰ ਬਰਾਬਰ ਛੂੰਹਦੀ ਆ। ਜਿਹੜੀ ਚੱਕਰ ਆ ਨਾ ਇਹ ਸਾਰਿਆਂ ਨੂੰ ਚੱਕਰ ਕੀ ਕਰਦੀ ਪਈ ਆ, ਸਾਰੀਆਂ ਭੁਜਾਵਾਂ ਨੂੰ ਕੀ ਹੈ ਇੱਕ ਵਾਰ ਛੂੰਹਦੀ ਪਈ, ਕੀ ਕਰਦੀ ਪਈ, ਇੱਕ ਵਾਰ ਛੂੰਹਦੀ ਪਈ, ਇੱਕ ਵਾਰ ਛੂੰਹਦੀ ਪਈ ਯਾਨੀ ਕਿ ਟੱਚ ਕਰਦੀ ਪਈ। ਸੋ ਇਹਦਾ ਇਹ ਮਤਲਬ ਆ ਕਿ ਜਿਹੜੀ ਇਹਨਾਂ ਦੁਆਰਾ ਟੈਂਜੈਂਟ ਜਾਂ ਫਿਰ ਟੈਨ ਡਰਾ ਹੋਇਆ ਹੈ ਨਾ ਉਹ ਸਾਰਿਆਂ ਦੀ ਲੰਬਾਈ ਸੇਮ ਆ। ਸੋ ਅਸੀਂ ਬਸ ਉਹੀ ਚੀਜ਼ ਲਿਖ ਦੇਣੀ ਹੈ AD + BC = AB + CD, ਠੀਕ ਆ। ਸੋ ਇਸ ਕੁਐਸਚਨ ਨੂੰ ਤੁਸੀਂ ਬਸ ਇਦਾਂ ਹੀ ਲਿਖ ਕੇ ਮੁਕਾ ਦੇਣਾ ਆ, ਠੀਕ। ਤੋ ਇਹਦੇ ਬਾਰੇ ਵੈਸੇ ਇਹਨੂੰ ਪ੍ਰੋਪਰ ਸੋਲਵ ਵੀ ਤੁਸੀਂ ਪ੍ਰੂਵ ਕਰ ਸਕਦੇ ਆ, ਪਰ ਉਹ ਤੁਸੀਂ ਆਪ ਕਰਕੇ ਦੇਖ ਲੈਣਾ, ਠੀਕ ਆ। ਵੈਸੇ ਮੈਂ ਤੁਹਾਨੂੰ ਰੀਜ਼ਨ ਦੱਸਦਾ ਕਿ ਆ ਜਿਹੜੇ ਮਤਲਬ ਟੈਂਜੈਂਟ ਆ ਨਾ, ਸ਼ੋਹਤ ਰੇਖਾ ਆ, ਉਹ ਕੀ ਆ, ਉਹਨਾਂ ਦੀ ਲੰਬਾਈ ਬਰਾਬਰ ਹੁੰਦੀ ਆ ਕਿਉਂਕਿ ਇਸ ਚੱਕਰ ਨੇ ਉਹਨਾਂ ਨੂੰ ਇੱਕ ਪੁਆਇੰਟ ਤੇ ਸਾਰਿਆਂ ਨੂੰ ਛੂਹਿਆ ਆ। ਬਾਕੀ ਇਹਦਾ ਜਿਹੜਾ ਇਹ ਨਹੀਂ ਕਿ ਮੈਂ ਤੁਹਾਨੂੰ ਇਹ ਕਰਵਾਉਣਾ ਨਹੀਂ ਆ, ਇਹ ਮੈਂ ਤੁਹਾਨੂੰ ਕਰਵਾ ਸਕਦਾ ਆ, ਤੇ ਕੋਈ ਨਹੀਂ ਆਪਾਂ ਇਹਨੂੰ ਐਂਡ ਵਿੱਚ ਕਰਦੇ ਹਾਂ ਚੰਗੀ ਤਰ੍ਹਾਂ। ਵੈਸੇ ਮੈਂ ਤੁਹਾਨੂੰ ਦੱਸ ਦਿੱਤਾ, ਤੁਸੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹ ਰੀਜ਼ਨ ਲਿਖ ਦਿਓ ਤਾਂ ਕਿ ਤੁਹਾਨੂੰ 2 ਨੰਬਰ ਮਿਲ ਜਾਣ, ਠੀਕ ਆ। ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜਿੱਦਾਂ ਕਰਨਾ ਹੋਵੇ ਤੁਸੀਂ ਕਰ ਸਕਦੇ ਹੋ ਐਜ਼ ਯੋਰ ਵਿਸ਼, ਠੀਕ ਆ। ਸੋ ਅੱਗੇ ਆਪਣੇ ਕੋਲ ਕਰਦੇ ਹਾਂ ਸੈਵਨਥ ਕੁਐਸਚਨ ਆਪਾਂ ਕਰਨਾ, ਕਹਿੰਦਾ tan ਦੀ ਵੈਲਿਊ ਇਹ ਹੈ ਤਾਂ secant A ਦੀ ਵੈਲਿਊ ਪਤਾ ਕਰਨੀ ਹੈ, ਠੀਕ। ਸੋ ਇਹਨੂੰ ਕਰਨ ਵਾਸਤੇ ਫਸਟ ਆਫ ਆਲ ਤੁਹਾਨੂੰ ਮੈਂ ਇੱਕ ਫਾਰਮੂਲਾ ਚੇਤਾ ਦਿਵਾਉਣਾ ਚਾਹੂੰਗਾ, ਉਹ ਹੁੰਦਾ ਹੈ 1 + tan square A = secant square A। ਇਹ ਤੁਹਾਡੇ ਬੁੱਕ ਦਾ ਹੀ ਫਾਰਮੂਲਾ ਆ ਤੇ ਇਹਨੂੰ ਹੀ ਹੁਣ ਅਸੀਂ ਇੱਥੇ ਯੂਜ਼ ਕਰਾਂਗੇ। 1 + tan square A ਦੀ ਜਗ੍ਹਾ ਅਸੀਂ 4/3 ਭਰਾਂਗੇ, tan A ਦੀ ਜਗ੍ਹਾ ਅਸੀਂ ਵੈਲਿਊ ਭਰਾਂਗੇ, tan A ਦੀ ਜਗ੍ਹਾ ਵੈਲਿਊ ਭਰਾਂਗੇ। tan A ਦੀ ਵੈਲਿਊ ਕੀ ਹੈ 4/3, ਤੋਂ ਮੈਂ 4/3 ਦਾ ਕੀ ਕਰ ਦੇਣਾ ਬੇਟਾ, ਸਕੁਅਰ ਕਰ ਦੇਣਾ, ਬਰਾਬਰ secant ਦਾ ਸਕੁਅਰ ਚੱਲਣ ਦੇਣਾ, ਠੀਕ ਆ। ਸੋ ਇਹਨੂੰ ਫਿਲਹਾਲ ਅੱਗੇ ਸੋਲਵ ਕਰਾਂਗੇ। ਸੋ ਦੇਖੋ ਕੀ ਬਣਿਆ, 1 + 4 ਦਾ ਵਰਗ ਕਰਾਂਗੇ 16 ਆ ਜਾਣਾ, 3 ਦਾ ਵਰਗ ਕਰਾਂਗੇ 9 ਆ ਜਾਣਾ, = secant ਦਾ ਸਕੁਅਰ A। ਹੁਣ 9 ਦੇ ਉੱਤੇ ਇਹਦੇ ਥੱਲੇ ਹੈਗਾ 1 ਤੇ ਇਹਦਾ ਐਲਸੀਐਮ ਲੈ ਲਿਆ, ਉੱਪਰ ਆ ਗਿਆ 9 + 16/9 = secant square A। ਹੁਣ ਕੀ ਕਰੋ ਬੇਟਾ, secant square A ਨੂੰ ਲਿਖ ਲਓ 25/9 ਦੇ ਬਰਾਬਰ। ਹੁਣ ਕੀ ਕਰੋ ਬੇਟਾ, ਰੂਟ ਚੜਾ ਦਿਓ, ਸਮਝ ਗਏ। ਇੱਥੇ ਸਕੁਅਰ ਨੂੰ ਹਟਾ ਦਿਓ, ਇੱਥੇ ਰੂਟ ਚੜਾ ਦਿਓ, ਫਿਰ 25 ਦਾ ਵਰਗਮੂਲ 5 ਹੁੰਦਾ ਹੈ ਤੇ 9 ਦਾ ਵਰਗਮੂਲ ਹੁੰਦਾ ਹੈ 3, ਤਾਂ 5/3 ਆਪਣੇ ਕੋਲ secant A ਦਾ ਮੁੱਲ ਆ ਜਾਏਗਾ, ਠੀਕ। ਸੋ ਮੈਨੂੰ ਉਮੀਦ ਹੈ ਤੁਹਾਨੂੰ ਸਮਝ ਲੱਗ ਗਿਆ, ਸਿੰਪਲ ਜਿਹਾ ਕੁਐਸਚਨ ਸੀ, ਸੌਖੇ ਤਰੀਕੇ ਨਾਲ ਹੋ ਗਿਆ, ਠੀਕ। ਸੋ ਇਹਦੇ ਵਿੱਚ ਕਰਨਾ ਕੁਛ ਨਹੀਂ ਸੀ, ਸਿੰਪਲ ਤੁਸੀਂ ਫਾਰਮੂਲਾ ਅਪਲਾਈ ਕਰਕੇ ਆਨਸਰ ਕੱਢ ਦੇਣਾ ਸੀਗਾ। ਜੇਕਰ ਤੁਹਾਨੂੰ ਫਾਰਮੂਲਾ ਪਤਾ ਸੀ, ਤੁਹਾਡੇ 3 ਹੀ ਫਾਰਮੂਲੇ ਆ, ਉਹਨਾਂ ਨੂੰ ਯਾਦ ਕਰ ਲਿਓ। ਇੱਕ ਤਾਂ ਹੈਗਾ ਆ sin square A + cos square A = 1, ਇੱਕ ਆਹੀ ਵਾਲਾ 1 + tan square A = secant, ਤੇ ਇੱਕ ਬਚ ਗਿਆ 1 + cot square A = cosecant ਸਮਥਿੰਗ, cosecant square A, ਇੱਦਾਂ ਹੀ ਸੀ। ਸੋ ਇਹਨਾਂ ਨੂੰ ਤੁਸੀਂ ਦੇਖ ਲਿਓ। ਹੁਣ ਅਸੀਂ ਗੱਲ ਕਰਾਂਗੇ ਬੇਟਾ ਜੀ ਆਪਣਾ ਅਗਲਾ ਕੁਐਸਚਨ ਤੇ ਲਾਸਟ ਕੁਐਸਚਨ 2 ਨੰਬਰ ਵਾਲਾ, ਉਹ ਹੈਗਾ ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ ਤਾਂ ਭਾਜ ਸੰਖਿਆ ਨਾ ਆਉਣ ਦੀ ਸੰਭਾਵਨਾ ਪਤਾ ਕਰੋ। ਕੁਐਸਚਨ ਨੂੰ ਧਿਆਨ ਨਾਲ ਪੜ੍ਹ ਕੇ ਅਸੀਂ ਚੱਲੇ ਹਾਂ ਤਾਂ ਉਹ ਕੀ ਕਹਿੰਦੇ ਪਏ ਕਿ ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਤਾਂ ਅਪਾਜ ਸੰਖਿਆ ਨਾ ਆਉਣ ਦੀ। ਪਹਿਲੇ ਅਸੀਂ ਪਤਾ ਕਰ ਲਈਏ ਕਿ ਕਿੰਨੀ ਸੰਭਾਵਨਾ ਉਹਦੇ ਆਉਣ ਦੀ। ਅਪਾਜ ਸੰਖਿਆਵਾਂ ਪਹਿਲੇ ਲਿਖੋ ਕੁੱਲ ਸੰਖਿਆਵਾਂ, ਕੁੱਲ ਸੰਖਿਆ। ਸੋ ਕੁੱਲ ਸੰਖਿਆ ਆਪਣੇ ਕੋਲ ਕਿੰਨੀ ਆ ਜੀ, 6। ਪਤਾ ਹੀ ਆ, ਜਿਹੜੀ ਲੂਡੋ ਦੀ ਗੀਟੀ ਉਹਦੇ ਵਿੱਚ 6 ਹੁੰਦੀਆਂ, ਸਾਨੂੰ ਪਤਾ ਆ, ਕੋਈ ਨਹੀਂ। ਹੁਣ ਆਪਣੇ ਕੋਲ ਅਪਾਜ ਸੰਖਿਆਵਾਂ ਕਿੰਨੀਆਂ ਆ ਬੇਟਾ, ਅਪਾਜ ਸੰਖਿਆ ਹੈਗੀ ਆਪਣੇ ਕੋਲ ਕਿੰਨੀ, ਅਪਾਜ ਸੰਖਿਆ ਆਪਣੇ ਕੋਲ ਹੁੰਦੀ ਆ 2, 3 ਤੇ 5, ਬਾਂਟਾ ਕਹੀ ਜਾਣਾ ਗੀਟੀ ਦੇ ਵਿੱਚ। ਸੋ ਟੋਟਲ ਕਿੰਨੀ ਆ 3। ਸੋ ਆਪਾਂ ਜੇ ਪ੍ਰੋਬੇਬਿਲਿਟੀ ਯਾਨੀ ਕਿ ਸੰਭਾਵਨਾ ਕੱਢਣੀ ਹੋਏ, ਸੋ ਆਪਣੇ ਕੋਲ ਆਹੀ ਹੁੰਦਾ ਆ PE = ਟੋਟਲ ਆਊਟਕਮ ਆ ਜਾਂਦਾ ਥੱਲੇ, ਯਾਨੀ ਕਿ ਕੁੱਲ ਨਤੀਜੇ ਤੋਂ ਉੱਪਰ ਆ ਜਾਂਦਾ ਅਨੁਕੂਲ ਪਰਿਣਾਮ। ਸੋ ਹੈਗਾ 3। ਸੋ ਇਹਨੂੰ ਕਟਿੰਗ ਕਰਕੇ ਆ ਗਿਆ 1/2। 1/2 ਆਪਣੇ ਕੋਲ ਕੀ ਆਇਆ ਬੇਟਾ, ਇਹ ਆਇਆ ਸੰਭਾਵਨਾ ਕਿਸੇ ਚੀਜ਼ ਦੇ ਆਉਣ ਦੀ। ਅਸੀਂ ਨਾ ਆਉਣ ਦੀ ਪਤਾ ਕਰਨੀ ਹੈ। ਸੋ ਨਾ ਆਉਣ ਦੀ ਪਤਾ ਕਰਨ ਲਈ ਕੀ ਕਰੋ, ਇਹਨੂੰ 1 ਵਿੱਚੋਂ ਮਾਈਨਸ ਕਰ ਦਿਓ, ਠੀਕ। ਸੋ ਇੱਕ ਵਾਰੀ ਇਹਨੂੰ ਦੁਬਾਰਾ ਲਿਖ ਕੇ ਦਿਖਾ ਦਿੰਦਾ ਤੁਹਾਨੂੰ ਕਿੱਦਾਂ ਕਰਨਾ ਹੈ। ਜਿਹੜੀ ਵੀ ਸੰਭਾਵਨਾ ਆ ਨਾ ਤੇ ਤੁਹਾਨੂੰ ਪਤਾ ਕਰਨਾ ਕਿ ਨਾ ਆਉਣ ਦੀ ਕਿੰਨੀ ਹੈ ਤਾਂ ਉਹਨੂੰ 1 ਵਿੱਚੋਂ ਘਟਾ ਦਿਓ, ਠੀਕ ਆ।
सो इत्थे तुसीं 2 नाल गुणा कराई क्योंकि थल्ले एलसीएम लिया सी, तो 2 माइनस 1/2, तो ये तुहाडे कोल फिर भी 1/2 ही आ जाना। ठीक है, सो ना आउण की संभावना भी 1/2 आ, तो आउण की संभावना भी 1/2 आ। डन। सो मैनूं उम्मीद है तुहानूं समझ लग गई आ। आंसर इत्थे भला ही सिमिलर आया आ, पर वैसे मैं तुहानूं दसदा कि जे तुहानूं क्वेश्चन विच उन्होंने खास करके पूछा कि अपाज संख्या या फिर किसी भी चीज़ की ना आउण की संभावना, तुसीं जिन्नी उहदी संभावना हुंदी आ ना आ सकदी आ, उस चीज़ नूं 1 माइनस कर दिओ, तुहाडे कोल सही आंसर आ जाएगा। 9वां क्वेश्चन देखांगे, कहंदे कि पता करो आ जिहड़ी समीकरण दे वास्तविक मूल हैगे आ, जे तां इहदे मूल भी पता करो जे हैगे आ तां। करदे आ जी, इहनूं किद्दां करांगे। फस्ट ऑफ ऑल इहनूं करन दा ओही तरीका आ, किहड़ा वाला, AB वाला। ठीक, सो फस्ट ऑफ ऑल असीं इहदे विच पता करिए मूल जिहड़े इहदे वास्तविक है कि नहीं है। सो ਉਹਦੇ ਲਈ ਫਾਰਮੂਲਾ ਹੁੰਦਾ B² ਮਾਈਨਸ 4AC। ਠੀਕ ਹੈ, ਸੋ ਅਸੀਂ ਫਸਟ ਆਫ ਆਲ ਫਾਰਮੂਲੇ 'ਚ ਵੈਲਿਊ ਪੁੱਟ ਕਰ ਦਈਏ। A ਆਪਣੇ ਕੋਲ ਹੈਗਾ ਆ 6, B ਹੈਗਾ ਆ X ਤੇ C ਹੈਗਾ ਆ 2, ਸੌਰੀ C। ਤਾਂ ਹੁਣ B ਭਰਨਾ ਆ, B ਦਾ ਆਪਾਂ ਕੀ ਆ X, ਤੇ X ਦੀ ਜਗ੍ਹਾ ਮਤਲਬ X ਤਾਂ ਉਹਦਾ ਵੇਰੀਏਬਲ ਹੈ, ਅਸੀਂ ਕੀ ਭਰਨਾ ਹੁੰਦਾ ਉਹਦਾ ਕੋਫੀਸ਼ੀਐਂਟ, ਸੋ ਕੀ ਹੈ 1 ਮਾਈਨਸ 1 ਦਾ ਸਕੇਅਰ क्योंकि माइनस एक्स है। हुण -4 A की वैल्यू कितनी आ 6, C की वैल्यू कितनी आ 2, वो भी माइनस का। ठीक, सो इनू करो जी, A तुहाडे कोल आ जाना 1 का स्केयर करांगे प्लस का वा -4 6 का 24 24 2 का 48, तो माइनस दे नाल आ वाला माइनस कैंसिल हो गया, प्लस हो जाना, प्लस का 49 आ गया। मतलब अपने कोल क्योंकि A जिहड़ी वैल्यू आ 49 इज ग्रेटर दैन 1 सॉरी 0, तो ਇਹਦਾ ਸਿੱਧਾ ਸਿੱਧਾ ਜਿਹਾ ਮਤਲਬ ਇਹ ਆ ਆਪਣੇ ਕੋਲ ਕਿ ਆਪਾਂ ਨੂੰ ਇਹਦੇ ਜਿਹੜੇ ਆ ਰੂਟਸ ਪਤਾ ਕਰਨੇ ਪੈਣੇ ਆ, ਮੂਲ ਪਤਾ ਕਰਨੇ ਪੈਣੇ ਆ। ਹੁਣ ਆਓ ਉਹਦੇ ਮੂਲ ਪਤਾ ਕਰੀਏ ਕਿਵੇਂ ਨਿਕਲਣੇ। ਸੋ ਦੇਖੋ ਬੇਟਾ, ਤਾਂ ਮੂਲ ਪਤਾ ਕਰਨ ਲਈ ਤੁਹਾਨੂੰ ਐਕਸ ਵਾਲਾ ਫਾਰਮੂਲਾ ਲਾਉਂਗੇ, x = ਮਾਈਨਸ ਦਾ b ਪਲਸ ਮਾਈਨਸ ਅੰਡਰ ਰੂਟ b² ਮਾਈਨਸ ਦਾ 4ac ਮਾਈਨਸ 4ac ਬਟ ਇਹਦੇ ਵਿੱਚ 2a। ठीक, ये फॉर्मूला यूज़ कर लो, तुहाडे कोल आंसर कट देना आप फटाफट। सो फटाफट मैं ये फस्ट ऑफ ऑल वैल्यू भर दिंदा, फिर मैं तुहानूं दिखाना है। देखो बेटा असीं तुहाडे लई कर दिता। हुण देखो असीं की कीता, फस्ट ऑफ ऑल फॉर्मूला जिहड़ा सीगा अपने कोल B² माइनस 4AC वाला, इहदे विच असीं वैल्यूज़ पाईआं, B की वैल्यू पाई, C की ते A की वैल्यू पाई। ठीक है, सो अपने कोल की आया माइनस माइनस कैंसिल हो गया, प्लस का 1 ते प्लस माइनस 49 का वर्गमूल 7 हुंदा, उहनूं 7 विच खोल लिया, बट अपने कोल 12 है। ठीक है, ਹੁਣ बेटा देखो एक बार ਇਹਨੂੰ प्लस ਵਿੱਚ लिख लो, एक बार ਇਹਨੂੰ माइनस ਵਿੱਚ लिख लो, तो 1 + 7 आ गया 8/12, किदा 7 × 1 8 ਤੇ 12 ਜਿਹੜਾ ਥੱਲੇ ਸੀ ਉਹ ਐਜ਼ 12 आ गया। ठीक, सो 1 - 7 आ गया अपने कोल -6/2 सॉरी 6/12, ਤੇ ਇਹਦੀ ਕਟਿੰਗ ਕਰਕੇ ਆਇਆ -1/2, ਤਾਂ ਇੱਕ ਆਇਆ 8/12, ਜਿਹਨੂੰ ਕਿ ਤੁਸੀਂ ਅੱਗੇ ਕਰੋਗੇ ਤੇ ਤੁਹਾਡੇ ਕੋਲ ਆ ਜਾਣਾ 2/3। ठीक है, सो ਇਹ ਤੁਹਾਡੇ ਕੋਲ 2 ਇਹਦੇ ਮੂਲ ਆ ਗਏ ਹਨ ਜਿਹੜੇ ਕਿ ਅਸੀਂ ਪਤਾ ਕਰਨੇ ਸੀ। ठीक, नैक्सट क्वेश्चन वाल मूव करांगे। 9th हो गया। 10th देखो कहता अपने कोल AP का 5वां पद 17, 9वां पद 10 ते तुसी AP दे पहले 15 पदा का जोड़फल पता करना। आओ बई हुण इहनूं किद्दां करना, देखो जो चीज़ आपां नूं दित्ती आ उहने क्या कि 5वां पद यानी कि A5 किन्ना आ अपने कोल 17, फिर उन्हें क्या 9वां पद A9 किन्ना आ 33, ते उन्हें 15 पदा का जोड़ पता किया यानी कि S15 इदां। सो फस्ट ऑफ ऑल देखो कि साढ़े तो इन्हों दोनों तो कुछ बन सकता, बिल्कुल बन सकता है। की बन सकता, इक्वेशन बन जानी है। किवें बनानी है, हाँ देखो A5 नूं असीं लिख सकते हैं A + 4D = 17। ठीक, सिमिलरली असी जिहड़ी है, एक मिनट मैं स्क्रीन लॉक कर लवां, हाँ जी, सिमिलरली असी A9 नूं लिख सकते हैं A + 8D = 33। ठीक, हुण की करो, इन्हों अगे पिछे लिखना है। मैं तुहानूं समझा दिंदा किद्दां। इनू इक्वेशन फस्ट मान लो, इनू मान लो सैकेंड विचों असीं घटा देनी है फस्ट। ठीक है, माइनस कर देनी है, वो भी रीजन दसदा क्यों करनी है। फस्ट ऑफ ऑल मैनूं कर ते लैण दो। आ जिहड़ी फस्ट इक्वेशन है ना बेटा, इनू चक्कांगे, इनू इहदे हेठां लैके आवांगे। एक मिनट मैं लाई जाना नीचे। सो आ वाला जिहड़ा इनू फस्ट ऑफ ऑल सैकेंड इक्वेशन उपर लिख लो, ते आ जिहड़ा आ अपने कोल थल्लड़ी इक्वेशन इहनूं उत्ते ला जाओ इहदे हेठां। ठीक, हुण असीं सैकेंड विचों फस्ट घटा रहे हैं यानी कि माइनस कर रहे हैं। सो सारिਆਂ ਦੇ नीचे प्लस है तो माइनस, प्लस है तो माइनस, तो प्लस है तो माइनस। देखो ए दे नाल ए कैंसल हो गया,
8 ਦੇ ਵਿੱਚੋਂ 4 8D ਦੇ ਵਿੱਚੋਂ 4D ਗਏ, ਆਪਣੇ ਕੋਲ 4D ਬਚੇ ਇਜ਼ ਇਕੁਅਲ ਟੂ 33 ਚੋਂ ਕਿੰਨੇ ਗਏ ਜੀ 17 ਗਏ। ਤੁਹਾਡੇ ਕੋਲ ਕਿੰਨਾ ਆ ਜਾਣਾ 33 ਚ 17 ਆ ਗਏ 10 ਗਏ ਤਾਂ ਆਪਣੇ ਕੋਲ ਆ ਗਏ 23, 23 ਦੇ ਵਿੱਚ 7 ਗਏ ਤਾਂ ਆਪਣੇ ਕੋਲ ਆ ਗਏ ਜੀ 16 ਤੇ ਇਹਨੂੰ ਇਹਨਾਂ ਕਟਿੰਗ ਕਰ ਦਿਓ 4D ਦੀ ਆਪਣੇ ਕੋਲ ਵੈਲਿਊ ਆ ਗਈ 4 ਠੀਕ। D ਦੀ ਵੈਲਿਊ ਆ ਗਈ ਤਾਂ ਸਾਰੇ ਕਹਾਣੀ ਖਤਮ ਹੋ ਜਾਣੀ ਆ। फटाफट करो फिर कहानी खत्म किदा SN का फॉर्मूला लिखांगे। SN का फॉर्मूला हुंदा N बटा 2 फिर 2A प्लस N माइनस 1 ते D। एक मिनट बेटा सानू पंजवां पद पता है, सानू पहला पद का पता ही नहीं। कोई नहीं पहला पद असी कढ़ लेना। सानू A5 पता है, A5 नू असी किद्दां लिख सकते हैं A प्लस 4D इज इक्वल टू 17 यही है ना। सो ये डी की वैल्यू पुट कर दो। डी की वैल्यू अपने कोल कितनी है, डी की वैल्यू बेटा अपने कोल हैगी आ 4 बेटा 4 6 नहीं 4। सो 4 चौके हो जाना अपने कोल 16। सो ए इज इक्वल टू 17 माइनस 16 ए की वैल्यू आ जानी प्लस का 1। सो हुण मैनूं ए दी भी वैल्यू पता लग गई है ठीक है। मैं तुहानूं सारा दसदा पिया कि किद्दां किद्दां असीं सॉल्व कीता ठीक है। सो एस पता करना 15 N बटा 2 यानी कि 15 बटा 2 ठीक 2 गुणा ए की वैल्यू होनी होनी कड्डी 1 प्लस N कितना है 15, 15 माइनस 1 D कितना है 4। हुण सारियां वैल्यूज पता है बस इन सॉल्व कर देना। 15 बटा 2 2 गुणा 1 अपने को आ गया 2 ठीक प्लस 15 विचों 1 गए। देखो मैं तुहानूं कलर बदल के तां दसदा पिया इन्ना ज़्यादा क्लैरिटी हुंदी आ। 15 विचों 1 गए 14। हुण ओ 14 दी गुणा कर लो आ वाले 4 दे नाल कितना आ गया 56। हुण 56 ते 2 नूं ऐड कर दो की बन गया 58। हुण मैं फटाफट इत्थे 58 लिख दूंगा ठीक है गुणा 58 या फिर ब्रैकेट दे विच लिख लो इक्को ही कर लिया। हुण इहदी ना कटिंग कर दो आ जाना 29 ते 29 दी 15 नाल गुणा कर दो तुहाडे कोल कितना आंसर आ जाना जी 4 3 5 यानी कि 435। सो कहने का मतलब यह है जो असी ओह AP दे 15 पदा का जोड़ करांगे प्लस करांगे 435 आंसर आएगा। ये क्वेश्चन इदा दे तुहानूं 2 बार वीडियो नूं रिपीट करके जरूर देखना चाहिए है ताकि तुहानूं मेरी आप एक ये रिक्वेस्ट है जरूर वीडियो नूं रिपीट कर लियो ठीक। सो ये भी क्वेश्चन हो गया। 11वां देखो ਆਪਾਂ ਇਹਦੇ ਵਿੱਚੋਂ ਹੇਜਾਂ ਵਾਲਾ ਕੁਐਸਚਨ ਕਰਾਉਂਗੇ। ਮੈਂ ਤੁਹਾਨੂੰ ਉਹੀ ਕੁਐਸਚਨ ਕਰਾਣੇ ਜਿਹੜੇ ਤੁਹਾਨੂੰ ਸਮਝ ਆ ਜਾਣ ਠੀਕ ਆ ਕਿਉਂਕਿ ਹੁਣ ਤੁਹਾਡੇ ਕੋਲ ਇਹ ਹੈ ਕਿ ਸੈਂਪਲ ਪੇਪਰ ਤੁਸੀਂ ਕਰਦੇ ਪਏ ਤੇ ਸਾਰਾ ਪੇਪਰ ਕਰੋ ਤੇ ਸਾਰਾ ਸੌਖਾ करो। ऊपर वाला क्वेश्चन भी सौखा है। देखो निर्देश अंक पता करने हैं जो बिंदु जड़े 3 4 ते 2 5 ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ ਇਸ ਰੇਸ਼ੋ ਵਿੱਚ ਵੰਡਦੇ ਆ। ਸੋ ਇਹ ਵਾਲਾ ਬਹੁਤ ਵੱਡਾ ਆਨਸਰ ਆ ਜਾਣਾ ਆ। ਇਹ ਤੁਸੀਂ ਆਪ ਕਰ ਲੈਣਾ ਠੀਕ ਆ। ਇਹ ਵੀ ਮੈਂ ਤੁਹਾਨੂੰ ਕਰਵਾ ਦੇਣਾ ਸੀ ਪਰ ਜਾਂ ਦੀ ਆਪਸ਼ਨ ਤਾਂ ਦਿੱਤੀ ਆ। ਫਿਰ ਮੈਂ ਉਹ ਕੁਐਸਚਨ ਕਰਾਉਂਗਾ ਜਿਹੜਾ ਸੌਖਾ ਆ ਓਕੇ। ਸੋ ਹੇਠਾਂ ਵਾਲਾ ਜ਼ਿਆਦਾ ਸੌਖਾ ਇਹਨੂੰ ਅਸੀਂ ਕਰਾਂਗੇ ਸੌਖਾ ਉਹ ਵੀ ਆ ਪਰ ਆਪਾਂ ਇਹ ਵਾਲਾ ਕਰਾਂਗੇ। ਇਹਦੇ ਵਿੱਚ ਕੀ ਕਹਿੰਦਾ ਕਿ x ਧੁਰੇ ਤੇ ਉਹ ਬਿੰਦੂ ਪਤਾ ਕਰੋ ਜਿਹਦੇ ਜੋ ਇਹਨਾਂ ਦੋਨਾਂ ਦੇ ਬਰਾਬਰ ਦੂਰੀ ਤੇ ਹੈ। ਸੋ ਆਪਾਂ ਇਹਨਾਂ ਦੋਨਾਂ ਨੂੰ ਕਿਵੇਂ ਪਤਾ ਕਰਨਾ ਦੇਖੋ x ਧੁਰੇ ਤੇ ਕੋਈ ਬਿੰਦੂ ਆ ਉਹਦਾ ਮਤਲਬ x ਦੀ ਕੋਈ ਨਾ ਕੋਈ ਵੈਲਿਊ ਹੋਣੀ y ਹੋਣਾ 0 ਠੀਕ ਤੇ ਇਕੁਈ ਡਿਸਟੈਂਸ ਯਾਨੀ ਕਿ ਉਹਦਾ ਦੋਨਾਂ ਤੇ ਦੂਰੀ ਸਮਾਨ ਆ। ਕਿਹੜੇ ਪੁਆਇੰਟਸ ਤੋਂ ਦੂਰੀ ਆ 3 4 ਤੇ 2 3 ਤੇ ਠੀਕ ਆ। ਹੁਣ ਅਸੀਂ ਇਹਨੂੰ ਮੰਨ ਲੈਣਾ x1 y1 ਠੀਕ ਆ। ਇਹਨੂੰ ਮੰਨ ਲੈਣਾ x2 y2 ਇਹਨੂੰ ਵੀ ਮੰਨ ਲੈਣਾ x2 y2। ਹੁਣ ਮੈਂ ਇੱਥੇ ਸੋਲਵ ਕਰ ਦਿੰਦਾ ਆ। डिस्टेंस का फॉर्मूला लिखा मैं देखो दोबारा डिस्टेंस का फॉर्मूला लिखा जोड़ा कि होंगे तुहाडे कोल x2 माइनस x1 ओदा होल स्केयर फिर प्लस y2 माइनस y1 ओदा होल स्केयर वही लिखा है दोनों पासे ते अंडर रूट लगा होंगे फॉर्मूले के अकॉर्डिंग वो अंडर रूट लगाया। हुण देखो मैं की कीता मैं कीता स्केयरिंग जिन्होंने तुसीं कहंदे वर्गीकरण करना। सो मैं दोनों पासे स्केयरिंग कर देना फिर ये नाल दोनों पासे अपने कोल रूट कैंसल हो जाने ठीक। रूट कैंसल होने तो बाद रूट कैंसल करने का मतलब की है 3 माइनस एक्स का स्केयर अपने कोल बचिया प्लस 4 माइनस 0 यानी कि 4 4 का स्केयर इज इक्वल टू 2 माइनस एक्स का स्केयर ते 3 का स्केयर प्लस गब्बे हैगा इन्हां दे ठीक। हुण देखो बेटा की करांगे इनू तुसीं बिल्कुल जिदा फॉर्मूले वांगू आपां ओपन करीदा उहदा ओपन कर लो ठीक है। सो ए स्केयर यानी कि 3 का स्केयर आ जाना 9 प्लस एक्स का स्केयर एक्स स्केयर माइनस 6x यानी कि 2 ए अपने कोल की है 3 यानी कि 2 3 6 ते x यानी कि x ठीक है प्लस 16 इक्वल 2 का स्केयर हो गया 4 प्लस एक्स का स्केयर हो गया एक्स स्केयर ते माइनस 2 2 दूनी 4x ठीक है प्लस 3 का स्केयर 9। हुण बेटा तुसीं समझ नहीं पा रहे होंगे कि हो की गया। सो एक मिनट देखो कीता कि मैं तुहानूं एक बार दोबारा दसदा हां
बेटा ਇਹਦਾ ਫਾਰਮੂਲਾ a ਮਾਈਨਸ b ਦਾ ਆਪਣੇ ਕੋਲ ਫਾਰਮੂਲਾ ਨਹੀਂ ਹੁੰਦਾ a ਸਕੁਅਰ ਮਾਈਨਸ b ਸਕੁਅਰ ਪਲੱਸ b ਸਕੁਅਰ ਮਾਈਨਸ 2ab। ਸੋ ਮੈਂ ਉਹੀ ਤਾਂ ਲਗਾਇਆ ਆ, ਹੋਰ ਥੋੜਾ ਕੁਛ ਕੀਤਾ। ਉਹੀ ਫਾਰਮੂਲਾ ਲਗਾ ਕੇ ਕਿ ਇਹਦੇ ਵਿੱਚ ਲਾਇਆ ਸੀ। ਇਹ ਵੀ ਦੱਸ ਦਿੰਦਾ 3 ਮਾਈਨਸ ਐਕਸ ਤੇ 2 ਮਾਈਨਸ ਐਕਸ ਸਕੁਅਰ, ਇਹਦੇ ਵਿੱਚ ਫਾਰਮੂਲਾ ਲਗਾਇਆ। ਹੁਣ ਜਿਹੜੀ ਚੀਜ਼ ਬਣੀ ਉਹ ਕੀ ਆ, ਹੁਣ ਇਹਨੂੰ ਆਪਾਂ ਸਾਫ ਸੁਥਰਾ ਕਰਕੇ ਲਿਖਦੇ ਹਾਂ। ਆਹ ਦੇਖੋ ਬੇਟਾ ਆਹ ਵਾਲੀ ਚੀਜ਼ ਆਪਣੇ ਕੋਲ ਬਣ ਗਈ, बनी कि नहीं बनी। ओके हुण तुसीं इहदे विच जिहड़ी चीज़ कैंसल करनी है वो करांगे। इत्थे भी एक्स स्केयर प्लस दा है, इत्थे भी प्लस दा एक्स स्केयर है, दोनों नूं उड़ा दो, कैंसल कर दो। ठीक हुण 16 इत्थे प्लस दा है ते प्लस दा 9, सो ये आ गया 25 माइनस दा एक्स बचया, वो माइनस दा एक्स आ गया बराबर। इत्थे हैगा 4 इत्थे हैगा 9, दोनों प्लस दे ते ऐड कर लो, 9 ते 4 13 प्लस सॉरी माइनस माइनस का अपने कोल की है जी, माइनस का हैगा 4x, यही चीज़ है बिल्कुल। हुण असीं इहनूं कर लांगे कि सॉल्व। सो माइनस का 6x आ वाला जो दूजे पासे तुसीं भेजोगे तो प्लस का 4x बन जाना। ठीक ते 13 हुण आ वाला 25 दूजे पासे गया तो माइनस का 25 बन गया अपने कोल। हुण 6 विचों 4 गए 2 ते माइनस का निशान क्योंकि वड्डी रकम दे अगे माइनस है। हुण 25 दे विच 10 गए 15, 15 चों 3 गए 12, सो अपने कोल 12 आ गया, वो भी माइनस का। हुण दोनों पासे माइनस है, सो माइनस नाल माइनस हो जाना कैंसिल। तो 2 नूं दूजे पासे तुसीं शिफ्ट कर दिओ फटाफट ताकि आपां कर लईए। तो 2 नूं दूजे पासे शिफ्ट करन ते की आ जाना, 2 नूं दूजे पासे बटे च चल जाना है, इत्थे गुणा च सी कट के आंसर आ जाना 6, यानी कि x की वैल्यू आ जानी 6। सो एक मिनट में सारा कैंसिल कर दो, चलदा है। तुहानूं याद रखना पैना x की वैल्यू कितनी है जी, 6 आई। हुण मैं तुहानूं दसदा x की वैल्यू 6 तुसीं किद्दां यूज़ करनी आ। मैं तुहानूं शुरुआत में एक चीज़ यह दसी सी कि क्योंकि एक्स तो रे तो पॉइंट है, उन्हें क्या ना एक्स तो रे ते एक्स तो रे ते एक्स की कोई ना कोई वैल्यू होंदी है, वाई 0 होंदा। तो अपने कोल 6,0 ये पॉइंट वो आया जिहड़ा कि असीं पता करना सी, सौखा सीगा इस करके करवाया। जां वाला क्वेश्चन जिहड़ा उपर वाला रह गया तुसीं आप ट्राई करना। ठीक सो 11वां क्वेश्चन होया अपने कोल इस प्रकार कंप्लीट। 12वां करांगे जो कि बड़ा ही सौखा क्वेश्चन है, न्याणे तो बहुत डरदे आ, पर मैं तुहानूं करवा दिंदा आ बेटा। वैसे भी तुहानूं करना पैना क्योंकि 4 नंबर का क्वेश्चन है तो तुहानूं इहदे विच कोई ऑप्शन नहीं आई। ठीक है सो आपां इहनूं करदे हां जी, इत्थे कर लेंगे, चलो कोई नहीं। सो फस्ट ऑफ ऑल इन्हों असीं वड्डा वड्डा करके लिख लेंगे आ, कॉज ए प्लस 1 प्लस साइन ए, ठीक बटा कॉज ए दे आ ते 1 प्लस साइन ए। बेटा देखो इन्हूं तुसीं किद्दां करना, तुहानूं हले ये ज़्यादा समझ नहीं आना, ये तुहानूं जब तुसीं अगे +1 +2 च इदां दे ट्रिग्नोमैट्री करोगे फिर समझ आना। फिलहाल तुहाडे समझण योग की है कि तुसीं इन्हूं 2 सेकंड इहदे अगे प्रूव करना है। किद्दां करोगे बड़ा देखो, तुहानूं इत्थे सीधा सीधा कोई फॉर्मूला लगदा होया नज़र नहीं आना। सो की करना, दोनों पासे तिरछी गुणा करा देनी है ते आपस विच भी गुणा करा देनी है। कॉज ए दी कॉज ए ना गुणा होई तो बन गया कॉज स्केयर ए, समझ गए। नालों नाल बोलदा होया चलदा पिया है, आराम आराम नाल चलदा पिया क्योंकि ये क्वेश्चन तुहानूं जरूरी है समझाउणा। 1 प्लस साइन ए दी 1 प्लस साइन ए दे नाल गुणा होई तो 1 प्लस साइन ए दा भी की हो गया, स्केयर हो गया। ठीक बटा इन्हां दोनों की आपस में गुणा हो गई तो अपने को आ गया कॉज ए, ब्रैकेट दे विच लिख लो 1 प्लस साइन ए। डन हुण की करो, इनू खोल लो, जो फॉर्मूला नहीं होंदा ए प्लस बी का फॉर्मूला, ਉਹਦੇ ਵਿੱਚ ਇਹਨੂੰ ओपन करांगे, ओपन कर लो। सो अपने कोल कॉज स्केयर ए तो रहा एज इट इज। एक मिनट बेटा मैं इनू इधर करदा स्मॉल कर लेना है, इनू स्मॉल कर लेना। ठीक इनू उत्ते लेके चलो। ठीक कॉज ए दा कॉज स्केयर ए है ना अपने कोल, एक मिनट में दोबारा लिखी देवां, कॉज स्केयर ए प्लस 1 प्लस साइन ए दा स्केयर है, इनू आपां ओपन कर लिया, यानी कि 1 स्केयर प्लस साइन स्केयर ए प्लस 2 साइन ए। ठीक बटे अपने कोल की है 1 प्लस साइन ए ते नाल हैगा एक कॉज ए। ठीक हुण देखो बेटा, एक तुहानूं मैं सोहणी होनी उपर आइडेंटिटी दसी सी, कॉज स्केयर ए साइन स्केयर ए इज इक्वल टू हुंदा 1, दसी सी कि नहीं दसी सी। सो इन्हां दोनों नूं ऐड करन ते की आ जाना 1 ते 1 प्लस आ वाला 1 दा स्केयर कितना हुंदा 1 प्लस की आ 2 साइन ए, इनू लिख लो 2 साइन ए। हुण बटे दे विच की आ 1 प्लस साइन ए कॉज ए, इनू ब्रैकेट च रखना। ठीक कॉज ए हुण आपां बस आंसर आ गया आंसर। बस देखो 2 1 ते 1 2, बाकी चीज़ एज इट इज लिख लो 2 साइन ए बटा
1 प्लस साइन ए ते ब्रैकेट दे बाहर हैगा कॉस ए। बस आंसर आ गया। ਜਿਹੜਾ 2 ਇੱਥੇ ਵੀ ਆ 2 ਇੱਥੇ ਵੀ ਆ, दोनों ਆਪਾਂ ਕਾਮਨ ਕੱਢ ਲਿਆ। ਅੰਦਰ ਕੀ ਬਚਿਆ 1 ਪਲਸ ਸਾਈਨ ਏ। ਬਚਿਆ ਕਿ ਨਹੀਂ ਬਚਿਆ ਦੁਬਾਰਾ ਦੱਸਦਾ। ਆਪਣੇ ਕੋਲ ਕੀ ਸੀ 2 ਜਮਾ 2 ਸਾਈਨ ਏ, ਦੋਨਾਂ ਦੇ ਵਿੱਚ 2 ਕਾਮਨ ਹੈ, ਸੋ 2 ਨੂੰ ਬਾਹਰ ਕੱਢ ਲਿਆ। ਅੰਦਰ ਬਚਿਆ 1 ਜਮਾ ਸਾਈਨ ਏ ਬਟੇ ਸੀਗਾ 1 ਜਮਾ ਸਾਈਨ ਏ ਨਾਲ ਸੀਗਾ ਕਾਸ ਏ। ਹੁਣ ਕੀ ਹੋਇਆ ਥੱਲੇ ਤੇ ਉੱਤੇ 1 ਜਮਾ ਸਾਈਨ ਏ 1 ਜਮਾ ਸਾਈਨ ਏ ਦੀ ਕਟਿੰਗ ਹੋ ਗਈ। 2 ਬਟੇ ਕਾਸ ਏ ਆਪਣੇ ਕੋਲ ਆ ਗਿਆ ਤੇ 2 ਬਟੇ ਕਾਸ ਏ ਆਪਣੇ ਕੋਲ ਹੋ ਜਾਂਦਾ 2 ਬਟੇ ਸੀਕੈਂਟ ਏ, ਕਿਉਂਕਿ ਕਾਸ ਕਿਹਦਾ ਉਲਟ ਹੁੰਦਾ ਜੀ ਸੀਕੈਂਟ ਦਾ, ਤੇ ਸਾਈਨ ਕਿਹਦਾ ਹੁੰਦਾ ਹੈ ਕੋਸੀਕੈਂਟ ਦਾ। ਸੋ ਇਹ ਤੁਹਾਨੂੰ ਦੱਸਣਾ ਸੀ 2 ਸੀਕੈਂਟ ਅਸੀਂ ਕਿਵੇਂ ਪ੍ਰੂਵ ਕੀਤਾ। ਰਿਪੀਟ ਕਰ ਲੈਣਾ ਵੀਡੀਓ ਨੂੰ ਤਾਂ ਜੋ ਤੁਹਾਨੂੰ ਕੁਝ ਵੀ ਇਦਾਂ ਦਾ ਰਹੇ ਨਾ ਜਿਹੜਾ ਸਮਝ ਨਾ ਆਵੇ, ਠੀਕ। ਸੋ ਮੈਨੂੰ ਉਮੀਦ ਹੈ ਕਿ ਇਹ ਵੀ ਕੁਐਸਚਨ ਪ੍ਰੂਵ ਕਰਨ ਵਾਲਾ ਈਜ਼ੀ ਲੱਗਾ ਹੋਏਗਾ ਤੁਹਾਨੂੰ। ਜੇ ਨਹੀਂ ਲੱਗਾ ਦੁਬਾਰਾ ਦੇਖ ਲੈਣਾ ਤੁਹਾਨੂੰ ਸਮਝ ਆ ਜਾਏਗਾ। ਅਗਲਾ ਕੁਐਸਚਨ ਹੈਗਾ ਇੱਕ ਨਹਿਰ ਵਾਲਾ। ਇਹ ਨਹਿਰ ਵਾਲਾ ਕੁਐਸਚਨ ਕਰਨਾ ਵੀ ਬਹੁਤ ਜ਼ਰੂਰੀ ਆ। ਪੜ੍ਹ ਲਓ ਇੱਕ ਵਾਰੀ ਸਟੇਟਮੈਂਟ, ਇਹਦੀ ਸਟੇਟਮੈਂਟ ਪੜ੍ਹਨੀ ਜ਼ਿਆਦਾ ਜ਼ਰੂਰੀ ਆ। ਇੱਕ ਨਹਿਰ ਦੇ ਇੱਕ ਤੱਟ ਤੇ ਇੱਕ ਟੀਵੀ ਟਾਵਰ ਸਿੱਧਾ ਖੜਾ ਹੈ। ਫਟਾਫਟ ਇਹਨੂੰ ਮੈਂ ਪੜ੍ਹ ਲੈਂਦਾ ਫਿਰ ਤੁਹਾਨੂੰ ਕਰਵਾ ਦਿੰਦਾ, ਠੀਕ ਆ। ਦੇਖੋ ਤੁਸੀਂ ਕੀ ਕਰੋਗੇ ਬੇਟਾ, ਇੱਦਾਂ ਤੁਸੀਂ ਡਾਇਗਰਾਮ ਹੈ ਨਾ ਤੁਹਾਡਾ, ਕੀ ਕੀਤਾ ਤੁਸੀਂ C ਤੋਂ B ਵਾਲੀ ਦੂਰੀ ਨੂੰ ਤੁਸੀਂ Y ਪੁੱਟ ਕਰ ਲੈਣਾ ਤੇ AB ਦੀ ਦੂਰੀ ਨੂੰ ਤੁਸੀਂ X ਮੰਨ ਕੇ ਚੱਲਣਾ। ਹੁਣ ਟ੍ਰਾਈਐਂਗਲ ABC ਹੈ ਨਾ ਜਿਹੜਾ, ਇਹਦੇ ਵਿੱਚ 60 ਡਿਗਰੀ ਹੈ ਤੇ tan 60 ਡਿਗਰੀ ਇੱਥੇ ਲੱਗ ਜਾਣਾ। ਕਿਉਂ? ਕਿਉਂਕਿ ਆਪਣੇ ਕੋਲ X ਬਟਾ ਕੀ ਆ Y, ਜੋ ਕਿ ਕੀ ਹੁੰਦਾ P ਬਟਾ B ਇਹੀ ਹੁੰਦਾ ਆ। तो इतने आप ला लिया tan 60 डिग्री, तो tan 60 डिग्री अपने को होंदा √3 ते √3 अपने को बराबर आ गया x बटा वाई, तो y इज इक्वल टू आ गया सॉरी x इज इक्वल टू आ गया √3y। इनू तुसीं मान लेना इक्वेशन 1। हुण आ जाओ ABD यानी कि वड्डे जिथे अपने को वड्डा ट्रायंगल है जिहदे विच अपने को एंगल कितना 30 डिग्री ABD तो तुसीं की सिद्ध कर सकते हो। ट्रायंगल ABD विच देखो ट्रायंगल ABD ਦੇ ਵਿੱਚ tan ਹੈਗਾ 30 डिग्री ਹੈਗਾ ਕਿ ਨਹੀਂ, तो ਇੱਥੇ ਤਾਂ ਆ ਗਿਆ x। ਕਿਉਂ? ਖੜਵਾ ਐਂਗਲ x ਆ, ਮਤਲਬ ਖੜਵੀਂ ਸਾਈਡ x ਆ, ਉਹ ਤਾਂ ਲੈਣੀ ਹੀ ਲੈਣੀ ਆ, ਹੈ ਨਾ। ਉਸ ਤੋਂ ਬਾਅਦ ਆਪਣੇ ਕੋਲ D ਤੋਂ C ਤੱਕ ਦੀ ਦੂਰੀ ਯਾਨੀ ਕਿ ਲੈਂਥ ਆਲਰੇਡੀ ਦਿੱਤੀ ਹੈ, ਸੋ ਉਹਦੇ ਵਿੱਚ y ਨੂੰ ਐਡ ਕਰ ਦਾਂਗੇ ਤਾਂ ਸਾਨੂੰ D ਤੋਂ ਲੈ ਕੇ B ਤੱਕ ਦੀ ਸਾਰੀ ਦੂਰੀ ਪਤਾ ਲੱਗ ਜਾਣੀ। ਉਹੀ ਕੀਤਾ ਬਿਲਕੁਲ। ਤਾਂ तिरछी गुणा कराई √3x इज इक्वल टू आ जाना अपने को ये बराबर। इतने थोड़ा जहा गलत है, उन्होंने आप 3 ठीक कर लेंगे। आ देखो बेटा तिरछी गुणा करन ते √3x आ जाना ते b आ जाना तुहाडे कोल प्लस दा y, ठीक। हुण तुसीं इत्थे x की वैल्यू भर देनी जिहड़ी कि अपने कोल आ वाली उपर वाली वैल्यू आ यही भर देनी, जो कि आ √3 एज इट इज ये आ जाना √3 दा y, ठीक। √3 आ जाना 3 दा y इज इक्वल टू 20 प्लस y। तो हुण की करो y नूं इधर भेज देना, तो 3y माइनस y इज इक्वल टू 20। 2y आ जाना, 2y इज इक्वल टू 20, तो y की वैल्यू अपने को आ जानी है 10 20 नूं कट के 10। सो अपने को 10 आ गया y की वैल्यू, तो x सीगा √3y, सो y की वैल्यू 10 है तो √3 अपने को नाल आ जाना, समझिए। सो इत्थे आ जाना है 10 √3। यही अपने को फाइनल आंसर इस क्वेश्चन का होएगा, ठीक। सो हुण आपां मूव करते हैं नैक्सट क्वेश्चन वाल। नैक्सट क्वेश्चन अपने को टावर वाले तो अगला है 14वां क्वेश्चन, जिहदे विच अपने को अर्ध व्यास 21 सेंटीमीटर वाले एक चक्कर की चाप का केंद्र तो जिहड़ा कोण है वो है। पता करो कि उसकी चाप की लंबाई कितनी है तो अर्ध व्यास का खेत्रफल की है। सो बेटा देखो इस क्वेश्चन के तुहाडे कोल आर यानी कि अर्ध व्यास दिता 21 सेंटीमीटर, तो जिहड़ा तुहाडे कोल थीटा एंगल दिता है वो हैगा कितना 60 डिग्री। सो अपने कोल तुसीं लेंथ का जिहड़ा लंबाई का फॉर्मूला हुंदा है वो हुंदा थीटा बटे 360 गुणा 2πr। अपने कोल सारा कुछ पता है, थीटा भी पता तो आर भी पता, वैल्यूज पा दो। सो अपने को आ जाना 60 बटे 360 गुणा 2 पाई नूं खोल लो, पाई नूं खोलन ते आ जाना 22/7। आर की वैल्यू हैगी 21। हुण कटिंग किस हिसाब नाल होनी ख्याल ना देखना बिना वीडियो नूं स्किप कीते। आ 0 ना 0 उड गया, 6 1 दा 6 6 3 दा 36, ठीक। इत्थे अपने कोल गुणा दे विच 2 आ, इस 7 एकम 7 7 तिया 21, ठीक है। इन्ना पता लग गया 2 एकम 2 2 तिया 6। हुण आ 3 दे नाल आ 3 कैंसल हो गया, बचिया सिर्फ 22। सो लंबाई जिहड़ी आ गई कितनी आ गई 22 सेंटीमीटर। सो इत्थे तुसीं लंबाई लिख देनी कितनी 22 सेंटीमीटर। हुण अर्ध व्यास का खेत्रफल, अर्ध व्यासी खंड का खेत्रफल, खेत्रफल का फॉर्मूला ला दो सेम थीटा बटे 360 गुणा इत्थे हुण पाई आर स्केयर हो जाना बस।
सो आप वैल्यू जे पुट करिए, मैं रुको इनू स्मॉल करना क्योंकि मैं यही क्वेश्चन मतलब इस क्वेश्चन इस पेज से कंप्लीट करना है। सो थीटा दी मुल भरिया 360 ਦੇ ਉੱਤੇ 60 ਗੁਣਾ ਪਾਈ ਦਾ ਮੁੱਲ ਭਰਿਆ 22/7 ਆਰ ਆਪਣੇ ਕੋਲ ਕੀ ਆ 21 ਤੇ 2 ਵਾਰ ਆ ਯਾਨੀ ਕਿ 21 ਗੁਣਾ 21। ਹੁਣ ਕਟਿੰਗ ਦੁਬਾਰਾ ਦੇਖੋ 7 × 7 7 ਤੀਆ 21 ਇਹਨੂੰ ਕੀਤਾ ਤਾਂ 1 ਬਟੇ ਆ ਗਿਆ 6 ਤਾਂ 3 ਨੇ ਤੇ ਕੱਟਿਆ 2 ਤੇ ਕਿਉਂਕਿ ਆਪਣੇ ਕੋਲ ਇਹ 2 ਤੇ ਚੱਲ ਜਾਣਾ ਸੀ ਤੇ 2 11 ਦਾ 22। ਹੁਣ 11 ਨੂੰ 21 ਨਾਲ ਗੁਣਾ ਕਰੋ ਤੁਹਾਡੇ ਕੋਲ 231 ਸੈਂਟੀਮੀਟਰ ਦਾ ਸਕੁਅਰ ਆ ਜਾਣਾ। ਸੋ ਆਪਣੇ ਕੋਲ ਇਹ ਵੀ ਕੁਐਸਚਨ ਹੋਇਆ ਕੰਪਲੀਟ। ਵੀਡੀਓ ਭਲਾ ਹੀ ਲੰਬੀ ਆ ਪਰ ਤੁਹਾਨੂੰ ਸਾਰਾ ਕੁਝ ਸਮਝਾਉਂਦੇ ਪਏ ਆ, ਸੋ ਵੀਡੀਓ ਨੂੰ ਦੇਖਦੇ ਰਹੋ ਸਬਰ ਦੇ ਨਾਲ, ਬੇਟਾ ਤੁਹਾਡਾ ਹੀ ਫਾਇਦਾ ਹੈ, ਪੇਪਰ ਤੁਹਾਡਾ ਬੋਰਡ ਦਾ ਆ ਇਸ ਕਰਕੇ, ਠੀਕ ਆ। ਹੁਣ ਆਪਣੇ ਕੋਲ ਅਗਲਾ ਕੁਐਸਚਨ ਦੇਖੋ, ਜਿਹੜਾ ਚਿੱਤਰ ਦਿੱਤਾ ਹੈ ਸਜਾਵਟ ਲਈ ਪ੍ਰਯੋਗ ਹੋਣ ਵਾਲੇ ਬਲੌਕ ਇਹਦੇ ਵਿੱਚ ਜਿਹੜੇ ਆ ਠੋਸ ਨਾਲ ਮਿਲਾ ਕੇ ਬਣਾਇਆ ਗਿਆ ਹੈ। ਇਹਨਾਂ ਵਿੱਚ ਘਣ ਦੂਸਰਾ ਅਰਧ ਗੋਲਾ ਹੈ ਬਲੌਕ, ਇਹਦੇ ਉੱਤੇ ਇੱਕ ਸਰਕਲ ਆ, ਅਸੀਂ ਉਹਦਾ ਏਰੀਆ ਮਾਈਨਸ ਕਰਕੇ ਇਹਨੂੰ ਸੋਲਵ ਕਰਨਾ ਆ। ਤੇ ਪਤਾ ਕੀ ਕਰਨਾ, ਪਤਾ ਅਸੀਂ ਇਹਦੇ ਵਿੱਚ ਇਹ ਕਰਨਾ ਆ ਕਿ ਜਿਹੜੇ ਇਸ ਬਲਾਕ ਦਾ ਆਧਾਰ ਜੇ 5 ਸੈਂਟੀਮੀਟਰ ਭੁਜਾ ਤੇ ਕਿਨਾਰੇ ਵੀ 5 ਸੈਂਟੀਮੀਟਰ ਦੇ ਹੈਗੇ ਆ ਤੇ ਇਹਦੀ ਸੰਪੂਰਨ ਸਤ੍ਹਾ ਦਾ ਖੇਤਰਫਲ ਯਾਨੀ ਕਿ ਟੋਟਲ ਸਰਫੇਸ ਏਰੀਆ ਪਤਾ ਕਰਨਾ ਹੈ। ਆਓ ਕਰੀਏ। ਸੋ ਇੱਥੇ ਇੰਗਲਿਸ਼ ਵਿੱਚ ਲਿਖਿਆ ਪਰ ਤੁਸੀਂ ਪੰਜਾਬੀ 'ਚ ਲਿਖਣਾ ਆ ਕਿ ਘਣ ਵਿੱਚ ਸਾਨੂੰ ਦਿੱਤਾ ਹੈ, ਇੱਕ ਘਣ ਦਿੱਤਾ ਹੈ ਤੇ ਹੈਮੀਸਫੇਅਰ ਯਾਨੀ ਕਿ ਅਰਧ ਗੋਲਾ ਉਸ ਦੇ ਉੱਪਰ ਦਿੱਤਾ ਹੈ। ਹੁਣ ਸਾਨੂੰ ਪ੍ਰਸ਼ਨ ਵਿੱਚ ਕੀ ਦਿੱਤਾ ਹੈ ਉਹ ਤੁਸੀਂ ਲਿਖੋਗੇ ਸਾਈਡ ਆਫ ਕਿਊਬ ਯਾਨੀ ਕਿ ਘਣ ਦੀ ਭੁਜਾ ਉਹ ਇਹ ਕਿੰਨੀ ਆ 5 ਸੈਂਟੀਮੀਟਰ, ਡਾਇਆਮੀਟਰ ਯਾਨੀ ਕਿ ਵਿਆਸ ਕਿੰਨਾ ਆ 4.2 ਤੇ ਅਰਧ ਵਿਆਸ ਯਾਨੀ ਕਿ ਰੇਡੀਅਸ ਕਿੰਨਾ ਹੋ ਜਾਣਾ 2.1, ਠੀਕ ਆ। ਇੱਕ ਚੀਜ਼ ਦਾ ਧਿਆਨ ਦਿਓ ਬੇਟਾ, ਇਹਦੇ ਵਿੱਚ ਇੱਕ ਘਣਾਵ ਆ ਯਾਨੀ ਕਿ ਘਣ ਆ ਸੌਰੀ, ਸੋ ਉਹ ਘਣ ਦੇ ਉੱਤੇ ਇੱਕ ਸਰਕਲ ਆ ਤੇ ਅਸੀਂ ਦੋਨਾਂ ਦੀ ਕੁੱਲ ਸਤ੍ਹਾ ਦਾ ਖੇਤਰਫਲ ਅਲੱਗ-ਅਲੱਗ ਪਤਾ ਕਰਾਂਗੇ। ਸੋ ਟੋਟਲ ਸਰਫੇਸ ਏਰੀਆ ਆਫ ਕਿਊਬ ਯਾਨੀ ਕਿ ਕੁੱਲ ਸਤ੍ਹਾ ਦਾ ਖੇਤਰਫਲ ਕਿਹਦਾ ਘਣ ਦਾ, ਮੈਂ ਇੱਥੇ ਲਿਖ ਵੀ ਦਿੰਦਾ ਹੈ ਘਣ ਦਾ, ਤਾਂ one face is of cube is covered by hemisphere so that part is not counted। ਜਿਹੜਾ ਇਹ ਅਰਧ ਗੋਲਾ ਵਾਲਾ ਪਾਰਟ ਹੈ ਇਹਨੂੰ ਅਸੀਂ ਨਹੀਂ ਗਿਣਨਾ। ਸੋ ਸਰਫੇਸ ਏਰੀਆ ਆਫ ਕਿਊਬ ਆਪਣੇ ਕੋਲ ਯਾਨੀ ਕਿ ਖੇਤਰਫਲ ਉਹਦਾ ਘਣ ਦਾ ਉਹ ਕੀ ਆ ਜਾਣਾ 6a²। 6 a ਕਿੰਨਾ ਆਪਣੇ ਕੋਲ 5 ਤੇ ਉਹਦਾ ਸਕੁਅਰ ਯਾਨੀ ਕਿ 25। 6 ਗੁਣਾ ਜੋ ਤੁਸੀਂ 25 ਕਰੋਗੇ 150 ਸੈਂਟੀਮੀਟਰ ਆ ਜਾਣਾ, ਠੀਕ। ਸੋ ਤੁਹਾਨੂੰ ਮੈਂ ਸਤ੍ਹਾ ਦਾ ਖੇਤਰਫਲ ਦੱਸਦਾ ਆ ਘਣ ਦੇ। ਹੁਣ ਦੇਖੋ ਏਰੀਆ ਆਫ ਸਰਕਲ ਬੇਸ ਕਨਵਰਟਡ। ਹੁਣ ਜਿਹੜਾ ਇਹ ਹੈਮੀਸਫੇਅਰ ਆ ਇਹ ਜਿਹੜਾ ਇਹਦੇ ਉੱਤੇ ਲੱਗਾ ਤਾਂ ਇੱਕ ਗੋਲਾ ਹੀ ਆ, ਤਾਂ ਉਹ ਗੋਲੇ ਦਾ ਭਾਰ ਜਿਹੜਾ ਆ ਖੇਤਰਫਲ ਪਤਾ ਕਰ ਲਿਆ ਜੋ ਕਿ ਹੁੰਦਾ πr²। ਸੋ ਪਾਈ ਹੁੰਦਾ 22/7 ਤੇ ਆਰ ਦੀ ਵੈਲਿਊ ਹੋਣੀ ਮੈਂ ਤੁਹਾਨੂੰ ਉੱਪਰ ਦੱਸਿਆ ਸੀ ਕਿੰਨਾ ਹੁੰਦਾ 2.1। ਸੋ ਉਹਦੇ ਸਕੁਅਰ ਦੇ ਨਾਲ ਗੁਣਾ ਕਰੋਗੇ ਤੁਹਾਡੇ ਕੋਲ 13.85 ਸੈਂਟੀਮੀਟਰ ਸਕੁਅਰ ਆ ਜਾਣਾ। ਹੁਣ ਕਿਉਂਕਿ ਬੇਟਾ ਆਹ ਵਾਲਾ ਪਾਰਟ ਇਹਦੇ ਉੱਤੇ ਆਲਰੇਡੀ ਕਵਰ ਆ, ਇਹਨੂੰ ਹੁਣ ਇਹਦੇ ਵਿੱਚ ਜੋੜਨਾ ਨਹੀਂ ਆ, ਇਹਦੇ ਵਿੱਚ ਘਟਾਉਣਾ ਆ ਕਿ ਇਹਦੇ ਵਿੱਚ 150 ਵਿੱਚੋਂ 150 ਪੂਰੇ ਘਣ ਦਾ ਆ ਤੇ ਉਹਦੇ ਉੱਤੇ ਜਿਹੜਾ ਚੱਕਰ ਵਾਲਾ ਫਾਲਤੂ ਪਾਰਟ ਹੈ ਇਹਨੂੰ ਅਸੀਂ ਹਟਾਉਣਾ ਆ। ਸੋ ਉਹਨੂੰ ਕਰ ਦਿਓ ਮਾਈਨਸ। ਸੋ ਆਪਾਂ ਸਿੰਪਲ 150 ਵਿੱਚੋਂ ਮਾਈਨਸ ਕੀਤਾ 13.86, ਸੋ ਸਾਡੇ ਕੋਲ 136.14 ਸੈਂਟੀਮੀਟਰ ਆ ਗਿਆ, ਠੀਕ। ਫਿਰ ਕਹਿੰਦਾ ਕਰਵਡ ਸਰਫੇਸ ਏਰੀਆ ਆਫ ਹੈਮੀਸਫੇਅਰ ਯਾਨੀ ਕਿ ਜਿਹਨੂੰ ਤੁਸੀਂ ਪੰਜਾਬੀ 'ਚ ਪਤਾ ਨਹੀਂ ਕਰਵਡ ਸਰਫੇਸ ਏਰੀਆ ਨੂੰ ਕੀ ਕਹਿੰਦੇ ਆ। ਸੋ ਉਹ ਆਪਣੇ ਕੋਲ ਹੈਮੀਸਫੇਅਰ ਦਾ ਹੁੰਦਾ ਯਾਨੀ ਕਿ ਅਰਧ ਗੋਲੇ ਦਾ ਹੁੰਦਾ 2πr²। ਸੋ ਤਾਂ ਜਿਹੜਾ ਤੁਹਾਡੇ ਕੋਲ ਕਰਵਡ ਸਰਫੇਸ ਏਰੀਆ 2πr ਆ ਨਾ ਉਹ ਤੁਸੀਂ ਲਿਖ ਦੇਣਾ 2 × π/7 × r ਜੋ ਕਿ ਅਸੀਂ ਕੱਢ ਲੈਣਾ ਆ, ਠੀਕ ਆ। ਫਿਰ ਉਹ ਆਪਣੇ ਕੋਲ ਆ ਜਾਣਾ, ਮੈਂ ਤੁਹਾਨੂੰ ਇੱਥੇ ਕਰਕੇ ਦਿਖਾ ਦਿੰਦਾ, ਇੱਥੇ ਤੁਹਾਨੂੰ ਕਲੀਅਰ ਹੋ ਜਾਊਗਾ 2 × π ਯਾਨੀ ਕਿ 2/7 ਤੇ ਨਾਲ ਤੁਹਾਡੇ ਕੋਲ ਗੁਣਾ ਹੈਗਾ r ਕਿੰਨਾ ਸੀ 2.1 × 2.1। ਸੋ ਇਹਨੂੰ ਤੁਸੀਂ ਕਰੋਗੇ ਤੁਹਾਡੇ ਕੋਲ ਕਿੰਨਾ ਜਾਣਾ 27.72। ਇਹ 72 ਇਹ ਤੁਸੀਂ ਆਪਣੀ ਕੈਲਕੂਲੇਸ਼ਨ ਕਰ ਲਿਓ, ਤੁਹਾਡੇ ਕੋਲ ਵੀ ਆਹੀ ਆਨਸਰ ਆਉਣਾ ਚਾਹੀਦਾ ਆ। ਫਿਰ ਤੁਸੀਂ ਹੁਣ ਜੋੜ ਦੇਣਾ ਸਮਝ ਗਏ। ਸੋ ਪਹਿਲੇ ਸੀਗਾ 136.14, ਉਹਦੇ ਵਿੱਚ ਹੁਣ ਤੁਸੀਂ ਆਹ ਵਾਲਾ ਜਦੋਂ ਨੰਬਰ ਯਾਨੀ ਕਿ ਆਹ ਵਾਲੀ ਸਤ੍ਹਾ ਦਾ ਖੇਤਰਫਲ ਜੋੜ ਦੂੰਗੇ ਤੁਹਾਡੇ ਕੋਲ ਆ ਜਾਣਾ 163.86 ਸੈਂਟੀਮੀਟਰ ਦਾ ਵਰਗ। ਸੋ ਇਹ ਤੁਹਾਡੇ ਕੋਲ ਪਾਰਟੀਕੂਲਰ ਤੇ ਪ੍ਰੋਪਰ ਸਹੀ ਆਨਸਰ ਆ ਜਾਣਾ ਇਸ ਕੁਐਸਚਨ ਦਾ, ਠੀਕ। ਸੋ ਦੇਖੋ ਬੇਟਾ ਇਹਦਾ 15ਵਾਂ ਕੁਐਸਚਨ ਵੀ ਹੋ ਗਿਆ। ਸੋ ਇਸ ਦੇ ਨਾਲ ਹੀ ਤੁਹਾਡੇ 4 ਮਾਰਕਸ ਵਾਲੇ ਸਾਰੇ ਕੁਐਸਚਨ ਹੁੰਦੇ ਆ ਕੰਪਲੀਟ। 6 ਮਾਰਕਸ ਵਾਲਾ ਦੇਖੋ ਪਹਿਲਾ ਕੁਐਸਚਨ ਕਹਿੰਦਾ ਪਤਾ ਕਰੋ ਸਮੀਕਰਨ ਦੇ ਜੋੜੇ ਜੇ ਹੈਗੇ ਵਿਲੱਖਣ ਹੱਲ ਹੈਗੇ ਤਾਂ ਇਹਨਾਂ ਦੇ ਹੱਲ ਨੂੰ ਪਤਾ ਕਰੋ। ਸੋ ਇਹ ਮੈਂ ਤੁਹਾਨੂੰ ਫਟਾਫਟ ਕਰਵਾ ਦੇਣਾ ਹੈ। ਸੋ ਇਸ ਤੋਂ ਪਹਿਲਾਂ ਇੱਕ ਚੀਜ਼ ਹੋਰ ਕਿ ਇਸ ਵੀਡੀਓ ਦੇ ਵਿੱਚ ਆ ਦੇਖੋ ਅਗਲਾ ਕੁਐਸਚਨ ਥੇਲਸ ਥਿਊਰਮ ਦਾ ਹੀ ਹੈ ਕਿ ਸਿੱਧ ਕਰੋ ਕਿਸੇ ਤ੍ਰਿਭੁਜ ਦੀ ਇੱਕ ਭੁਜਾ
ਦੇ ਸਮਾਂਤਰ ਰੇਖਾ ਬਾਕੀ ਦੋ ਭੁਜਾਵਾਂ ਦੇ ਸਮਾਨ ਅਨੁਪਾਤ ਵਿੱਚ ਵੰਡਦੀ ਹੈ ਤੇ ਜਾਂ ਫਿਰ ਸੈਕੰਡ ਹੈ ਦਿੱਤੇ ਗਏ ਜਿਹੜਾ ABCD ਹੈ ਤਾਂ x ਦਾ ਮੁੱਲ ਪਤਾ ਕਰੋ। x ਇੱਥੇ ਕੀ ਹੈ ਉਹਦਾ ਮੁੱਲ ਪਤਾ ਕਰਨਾ ਆ, ਉਹ ਤੁਸੀਂ ਦੇਖ ਲਿਓ ਇਹ ਵਾਲਾ ਕੁਐਸਚਨ ਕਿਵੇਂ ਕਰਨਾ ਆ। x ਦਾ x ਆ ਵਾਲੀ ਅਗਿਆਤ ਜਗ੍ਹਾ ਆ, ਸੋ ਤੁਸੀਂ ਇਹਨੂੰ ਕਰਨਾ। ਦੇਖੋ ਬੇਟਾ 1.5 ਆ ਤੇ ਇਹਦਾ ਦੁੱਗਣਾ 3 ਆ, ਸੋ ਇੱਥੇ 1 ਆ, ਸੋ ਇਹਦਾ ਦੁੱਗਣਾ ਇੱਥੇ 2 ਸੈਂਟੀਮੀਟਰ ਹੋਣਾ ਆ ਆਨਸਰ। ਤੇ ਉੱਪਰ ਵਾਲਾ ਆਪਣੇ ਕੋਲ ਥੇਲਸ ਥਿਓਰਮ ਆ, ਉਹ ਇਹ ਜਿਹੜਾ ਕੁਐਸਚਨ ਦੂਜਾ ਆ ਇਹ ਹੈਗਾ 1 ਨੰਬਰ ਦਾ, ਉੱਪਰ ਵਾਲੀ ਜਿਹੜੀ ਤੁਹਾਡੀ ਥਿਓਰਮ ਆ ਇਹ 5 ਨੰਬਰ ਦੀ ਆ, ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ। ਸੋ ਥਿਓਰਮ ਜਿਹੜੀ ਹੈ ਆਪਾਂ ਇਸ ਵੀਡੀਓ 'ਚ ਨਹੀਂ ਕਰਾਂਗੇ ਕਿਉਂਕਿ ਇਹ ਤੁਹਾਨੂੰ ਮੈਂ ਆਲਰੇਡੀ ਇੱਕ ਵੀਡੀਓ 'ਚ ਕਰਾਈ ਹੋਈ ਆ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੂੰਗਾ ਤੇ ਉਹ ਵੀ ਤੁਸੀਂ ਦੇਖ ਲਿਓ ਉੱਥੋਂ ਦੀ ਥੇਲਸ ਥਿਓਰਮ। ਹੁਣ ਅਸੀਂ ਗੱਲ ਕਰੀਏ ਪਹਿਲੇ ਆਪਣੇ 16ਵੇਂ ਕੁਐਸਚਨ ਦੀ। ਸੋ 16ਵੇਂ ਕੁਐਸਚਨ ਨੂੰ ਕਰਨ ਵਾਸਤੇ ਤੁਹਾਨੂੰ ਪਹਿਲੇ A1 B1 ਤੇ C1 ਪਤਾ ਹੋਣਾ। ਇਹਦੇ ਵਿੱਚ ਜਿਹੜਾ ਹੈਗਾ ਉਹ A1 B1 C1 ਆ, A2 B2 C2 ਆ। ਸੋ A1 A2 ਲਿਖ ਲਓ ਬੇਟਾ, ਇਕੱਠੇ ਹੀ ਲਿਖ ਲਓ। A1 ਹੈਗਾ ਆ ਇਹਦੇ ਵਿੱਚ 5, A2 ਹੈਗਾ ਆ 2, ਸਮਝ ਲੱਗਦੀ ਪਈ ਨਾ। ਇਹਦਾ ਪਹਿਲਾ ਅੱਖਰ ਤੇ ਇਹਦਾ ਪਹਿਲਾ ਅੱਖਰ A1 A2 ਆ, ਸੋ ਇਹ ਆ ਗਿਆ 2 ਬਰਾਬਰ B1 ਬਟਾ B2 ਹੁੰਦਾ, ਸੋ B ਹੈਗਾ ਇੱਥੇ 8, ਸੋ ਇੱਥੇ ਹੈਗਾ 3 ਇਜ਼ ਇਕੁਅਲ ਟੂ C1 ਯਾਨੀ ਕਿ 9 ਤੇ ਇੱਥੇ C2 ਹੈਗਾ 4। ਸੋ ਬੇਟਾ ਦੇਖੋ ਆਪਣੇ ਕੋਲ 5 ਬਟਾ 2 8 ਬਟਾ 3 ਦੇ ਇਕੁਅਲ ਹੈ ਨਹੀਂ ਹੈ, ਯਾਨੀ ਕਿ ਇਹਦਾ ਇੱਕ ਵਿਲੱਖਣ ਹੱਲ ਬਣਦਾ ਪਿਆ ਆ। ਸੋ ਹੁਣ ਅਸੀਂ ਉਹ ਹੱਲ ਨੂੰ ਪਤਾ ਕਰਨਾ ਕਿਵੇਂ, ਅਸੀਂ ਉਹਨੂੰ ਸੋਲਵ ਕਰਨਾ ਆ। ਸੋ ਦੋਨੋਂ ਇਕੁਏਸ਼ਨ ਵਿੱਚ ਦੇਖੋ 5x plus 8y is equal to 9 ਤੇ ਦੂਜਾ ਆ 2x plus 3y is equal to 4। ਅਸੀਂ ਇਹਨਾਂ ਦੋਨਾਂ ਵਿੱਚ x ਜਾਂ 2y ਦਾ ਮੁੱਲ ਬਰਾਬਰ ਕਰਨਾ ਆ। ਸੋ ਮੈਂ ਜੇ ਇੱਥੇ y ਦਾ ਮੁੱਲ ਬਰਾਬਰ ਕਰਾਂ ਤਾਂ ਇੱਥੇ ਮੈਨੂੰ y ਦੀ ਗੁਣਾ ਕਰਾਉਣੀ ਪੈਣੀ ਆ 3 ਨਾਲ ਪੂਰੀ ਇਕੁਏਸ਼ਨ ਦੀ, ਤੇ ਇੱਥੇ ਗੁਣਾ ਕਰਾਉਣੀ ਪੈਣੀ 8 ਦੇ ਨਾਲ। ਕਰਾਉਣ ਦੇ ਨਾਲ ਹੋਊਗਾ ਕਿ 3 5 15x ਪਲੱਸ ਦਾ ਆ ਜਾਣਾ 24y ਤੇ ਇਜ਼ ਇਕੁਅਲ ਟੂ ਦਾ ਆ ਜਾਣਾ ਤੁਹਾਡੇ ਕੋਲ 27, ਥੱਲੇ ਆ ਜਾਣਾ ਤੁਹਾਡੇ ਕੋਲ 8 ਦੂਣੀ 16 1 ਬਟਾ ਮਤਲਬ 16 x ਪਲੱਸ 24y ਬਰਾਬਰ 8 ਚੌਕੇ 32, ਇਹੀ ਆ ਗਿਆ ਆਪਣੇ ਕੋਲ। ਹੁਣ ਦੇਖੋ ਕੀ ਕਰੂੰਗਾ ਮੈਂ, ਇਹਨਾਂ ਨੂੰ ਮਾਈਨਸ ਕਰ ਦੂੰਗਾ। ਮਾਈਨਸ ਕਰਨ ਤੇ 24 ਕੈਂਸਲ ਹੋ ਗਿਆ, 16 ਦੇ ਵਿੱਚੋਂ ਆ ਗਿਆ ਕਿੰਨਾ ਆ ਗਿਆ ਆਪਣੇ ਕੋਲ ਮਾਈਨਸ ਦਾ x, ਸੋ ਇੱਥੇ ਮਾਈਨਸ ਕਰੋ 32 ਦੇ ਵਿੱਚ ਇੱਕ ਆ ਗਿਆ ਮਾਈਨਸ ਦਾ 5, ਸੋ ਮਾਈਨਸ ਦਾ ਮਾਈਨਸ ਕੈਂਸਲ ਹੋ ਗਿਆ, x ਦਾ ਮੁੱਲ ਆ ਗਿਆ 5। ਸੋ ਆਪਣੇ ਕੋਲ 5 ਦੀ ਅਸੀਂ ਵੈਲਿਊ ਭਰਾਂਗੇ, ਉਹ ਕਿੱਥੇ ਵਿੱਚ ਭਰਾਂਗੇ, ਆ ਜਿਹੜੀ ਇਕੁਏਸ਼ਨ ਆਇਆ ਉਹਦੇ ਵਿੱਚ, ਤਾਂ ਕਿ ਅਸੀਂ y ਦੀ ਵੈਲਿਊ ਕੱਢ ਸਕੀਏ। ਸੋ ਆਪਣੇ ਕੋਲ ਦੇਖੋ ਇਕੁਏਸ਼ਨ ਆ ਗਈ ਇਹ, ਇਹਦੇ ਵਿੱਚ x ਦਾ ਮੁੱਲ ਭਰ ਦੋ। ਸੋ 5x ਕਿੰਨਾ ਕੱਢਿਆ 5 ਪਲੱਸ 8y ਇਜ਼ ਇਕੁਅਲ ਟੂ 9। ਇਸ ਤੋਂ ਬਾਅਦ ਹੁਣ ਦੇਖੋ 5 5 25, ਸੋ 25 ਜਮਾ 8y ਇਜ਼ ਇਕੁਅਲ ਟੂ 9। ਹੁਣ ਕੀ ਕਰੋ 8y ਇਜ਼ ਇਕੁਅਲ ਟੂ 9 ਮਾਈਨਸ 25, ਸੋ ਇਹ ਤੁਹਾਡੇ ਕੋਲ ਆ ਜਾਣਾ 8y ਇਜ਼ ਇਕੁਅਲ ਟੂ ਮਾਈਨਸ ਦਾ 16, ਸੋ ਇਹਨੂੰ ਕੱਢ ਦੋ, ਆ ਗਿਆ 2 ਵੀ ਮਾਈਨਸ ਦਾ। ਸੋ y ਤੁਹਾਡੇ ਕੋਲ ਆ ਜਾਣਾ ਮਾਈਨਸ ਦਾ 2, y ਤੁਹਾਡੇ ਕੋਲ ਤੇ x ਤੁਹਾਡੇ ਕੋਲ ਆ ਗਿਆ ਸੀ 5, ਸੋ ਇਹ ਤੁਹਾਡੇ ਕੋਲ ਇਹਦੇ ਆਨਸਰ ਆ ਗਏ ਆਪਣੇ ਕੋਲੇ। ਸੋ ਮੈਨੂੰ ਉਮੀਦ ਹੈ ਤੁਹਾਨੂੰ ਇਹ ਕੁਐਸਚਨ ਵੀ ਸਮਝ ਆ ਗਿਆ ਹੈ। ਵੀਡੀਓ ਰਿਪੀਟ ਕਰਕੇ ਦੇਖ ਲੈਣਾ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਗਈ ਹੈ, ਇਸ ਕਰਕੇ ਮੈਂ ਕਹਿਣਾ ਪਿਆ ਰਿਪੀਟ ਕਰਕੇ ਦੇਖ ਲਿਓ, ਤੁਹਾਨੂੰ ਸਮਝ ਲੱਗ ਜਾਏਗਾ। ਥੇਲਸ ਥਿਓਰਮ ਕਰਾਂਗੇ ਉਸ ਵੀਡੀਓ 'ਚ, ਕੌਣ ਤੁਸੀਂ। ਲਾਸਟ ਕੁਐਸਚਨ ਬਚਿਆ ਜਿਹਦੇ ਵਿੱਚ 40 ਤੇ 45 ਵਾਲਾ ਕਰਵਾ ਦਿੰਦੇ ਆ, ਸੌਖਾ ਹੀ ਆ, ਮੱਧਿਕਾ ਪਤਾ ਕਰਨੀ ਆ। ਦੇਖੋ ਬੇਟਾ ਇਸ ਕੁਐਸਚਨ ਦੇ ਵਿੱਚ ਤੁਹਾਨੂੰ ਭਾਰ ਤੇ ਐਫ ਯਾਨੀ ਕਿ ਫ੍ਰੀਕੁਐਂਸੀ ਇਹ ਤੁਹਾਨੂੰ ਆਲਰੇਡੀ ਕੁਐਸਚਨ ਦੇ ਵਿੱਚ ਦਿੱਤੀ ਹੈ, ਤੁਸੀਂ ਬਸ ਇੱਕ ਬਾਰੰਬਾਰਤਾ ਕੱਢਣੀ ਆ CF ਜਿਹਨੂੰ ਅਸੀਂ ਕਹਿੰਦੇ ਆ, ਜਿਹਦੇ ਵਿੱਚ ਪਹਿਲੀ ਸੰਖਿਆ ਐਜ਼ ਇਟ ਇਜ਼ ਤੇ ਫਿਰ ਦੂਜੀ ਨੂੰ ਜੋੜ ਕੇ ਫਿਰ ਤੀਜੀ ਨੂੰ ਜੋੜ ਕੇ ਐਜ਼ ਇਟ ਇਜ਼ ਇਹਨੂੰ ਕਰੀ ਜਾਣਾ ਜਦ ਤੱਕ ਆਪਣੇ ਕੋਲ n ਦੇ ਬਰਾਬਰ ਵੈਲਿਊ ਨਾ ਆ ਜਾਏ। ਜੇ n ਦੇ ਬਰਾਬਰ ਆ ਜਾਏ ਯਾਨੀ ਕਿ ਅਸੀਂ ਪਲੱਸ ਸਹੀ ਕੀਤਾ ਆ, ਠੀਕ ਆ। ਸੋ n ਬਟਾ 2 ਅਸੀਂ ਕਰੀਦਾ ਹੁੰਦਾ ਤੇ n ਬਟਾ 2 ਆਪਣੇ ਕੋਲ ਕੀ ਆ ਗਿਆ 15। ਹੁਣ ਤੁਸੀਂ ਇਸ ਬਾਰੰਬਾਰਤਾ ਵਾਲੀ ਸੀਰੀਜ਼ 'ਚ ਦੇਖਣਾ ਆਪਣੇ ਕੋਲ, 1 ਮਿੰਟ ਮੈਂ ਇਰੇਜ਼ ਕਰਕੇ ਦੱਸਦਾ ਤੁਹਾਨੂੰ। ਤੁਸੀਂ ਇਹਦੇ ਵਿੱਚ ਇਹ ਚੀਜ਼ ਦੇਖਣੀ ਆ ਕਿ ਉਹਨੇ ਕਿਹਾ 15 ਆਇਆ ਨਾ, 15 ਪ੍ਰੇਖਣ ਆਂਤਰਿਕ ਜਿਹੜਾ 55 ਤੋਂ 60 ਦੇ ਵਿਚਕਾਰ ਆ। ਕਿਉਂ? ਕਿਉਂਕਿ ਦੇਖੋ ਆਪਾਂ ਹੁਣ ਪਤਾ ਕੀ ਕਰਨਾ ਕਿ ਜਿਹੜਾ 15 ਆਇਆ ਆ, ਦੇਖੋ 13 ਤੇ 19 ਇਹਨਾਂ ਦੇ ਵਿਚਕਾਰ ਹੀ ਆਇਆ ਹੁੰਦਾ ਆ, ਤੇ ਅਸੀਂ ਵੱਡਾ ਵਾਲਾ ਨੰਬਰ ਉਹਦੇ ਸਾਹਮਣੇ ਵਾਲੀ ਬਾਰੰਬਾਰਤਾ ਲੈਣੀ ਹੁੰਦੀ ਹੈ, ਯਾਨੀ ਕਿ 55 ਤੋਂ 60। ਦੁਬਾਰਾ ਦੱਸ ਦਿੰਦਾ ਬੇਟਾ ਕੀ ਕੀਤਾ ਮੈਂ, n ਬਟਾ 2 ਕਰਕੇ 15 ਆ ਗਿਆ, ਮੈਨੂੰ ਪਤਾ ਲੱਗ ਗਿਆ, ਤੇ 15 13 ਤੋਂ 19 ਦੇ ਵਿਚਕਾਰ ਆਉਂਦਾ ਆ, ਹਨਾ। ਤੇ ਜਿਹੜਾ 19 ਆ ਉਹ ਵੱਡਾ ਨੰਬਰ ਆ, ਸੋ ਉਹਦੇ ਸਾਹਮਣੇ ਵਾਲਾ ਆਪਣੇ ਕੋਲ ਕੀ ਆ, ਉਹ ਆਪਣੇ ਕੋਲ ਆ ਜਾਣੀ ਆ ਫ੍ਰੀਕੁਐਂਸੀ, ਆਪਾਂ ਆ ਵਾਲੀ ਚੱਕਾਂਗੇ ਤੇ ਬਾਰੰਬਾਰਤਾ ਜਿਹੜੀ ਆ ਉਹਦੀ ਆ ਵਾਲੀ, ਅੰਤਰਾਲ ਜਿਹਨੂੰ ਅਸੀਂ ਕਹਿ ਦਿੰਦੇ ਉਹ ਆ ਵਾਲਾ ਚੱਕਾਂਗੇ, ਠੀਕ। ਸੋ ਇਹ ਚੱਕਣ ਤੋਂ ਬਾਅਦ ਅਸੀਂ ਮੱਧਿਕਾ ਕਿੱਦਾਂ ਕੱਢਣੀ ਆ, L ਆਪਣੇ ਕੋਲ ਇਹਦਾ ਜਿਹੜਾ L ਕੀ ਆ
55 ਲੋਅਰ ਲਿਮਿਟ ਜਿਹਨੂੰ ਅਸੀਂ ਕਹਿੰਦੇ ਆ ਉਹ L ਆ ਜਾਣੀ ਹੈ, H ਆ ਜਾਣੀ ਆ 5 ਕਿਉਂਕਿ 60 ਵਿੱਚੋਂ 55 ਗਿਆ 5 ਆ ਗਿਆ, ਤੇ F ਸਾਨੂੰ ਇੱਥੇ ਪਤਾ ਲੱਗ ਗਿਆ ਜੋ ਕਿ ਦਿੱਤੀ ਆ 6, ਤੇ F ਆਪਣੇ ਕੋਲ ਜਿਹੜੀ CF ਦੇ ਉੱਪਰ ਵਾਲੀ ਹੁੰਦੀ ਆ ਉਹ ਹੁੰਦੀ ਆ ਆਪਣੇ ਕੋਲ ਦੂਜੀ F ਆ ਵਾਲੀ, ਸੋ ਇਹ ਕਿੰਨੀ ਆ 13। ਸੋ ਆਪਾਂ ਇੱਥੇ F ਭਰੀ 13। ਹੁਣ ਅਸੀਂ ਇੱਥੇ ਵੈਲਿਊ ਪਾਉਂਗੇ ਮੱਧਿਕਾ L ਜਮਾ N/2 ਮਾਈਨਸ CF/F ਗੁਣਾ H। L ਕਿੰਨਾ ਆ 55, N/2 ਕਿੰਨਾ 15 ਮਾਈਨਸ CF ਕਿੰਨਾ ਹੈ CF 13 ਆ ਜਿਹੜਾ ਕਿ ਅਸੀਂ ਹੁਣੀ ਨੂੰ ਦੇਖਿਆ ਆ ਵਾਲਾ 13। ਠੀਕ ਆ, ਫਿਰ ਕੀ ਕੀਤਾ ਬਟੇ ਆਪਣੇ ਕੋਲ ਕੀ ਹੈ F ਦੀ ਵੈਲਿਊ ਕਿੰਨੀ ਆ 6 ਗੁਣਾ 500, ਇਹਨੂੰ ਕਟਾ ਕੇ ਤੁਹਾਡੇ ਕੋਲ 56.67 ਆ ਜਾਏਗਾ ਆਨਸਰ। ਸੋ ਇਸ ਪ੍ਰਕਾਰ ਬੇਟਾ ਜੀ ਅਸੀਂ ਤੁਹਾਨੂੰ ਸਾਰਾ ਪੇਪਰ ਸੋਲਵ ਕਰਵਾਤਾ, ਪਾਰਟ 1 ਪਾਰਟ 2 ਤੁਹਾਡੀ ਕੰਪਲੀਟ ਕਰਵਾਤੀ, ਦੋਨਾਂ ਨੂੰ ਹੁਣ ਕੰਬਾਈਨ ਕਰਕੇ ਸਾਰਾ ਪੇਪਰ ਦੇਖੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ। ਓਕੇ, ਥੈਂਕ ਯੂ ਸੋ ਮਚ, ਹੈਵ ਅ ਨਾਈਸ ਡੇ, ਆਲ ਦ ਵੈਰੀ ਬੈਸਟ ਫॉर योर एग्जाम्स।